ਹੈਲੋ एवरीवन ਮੋਸਟ ਵੈਲਕਮ ਟੂ ਅਵਰ ਚੈਨਲ ਰਾਈਟ ਔਨ। ਤਾਂ ਜੇ ਤੁਸੀਂ ਵੀ ਤਿਆਰੀ ਕਰ ਰਹੇ ਹੋ ਪੀਐਸ ਟੈਟ ਦੇ ਲਈ, ਸੀ ਟੈਟ ਦੇ ਲਈ ਜਾਂ ਫਿਰ ਮੈਥ ਮਾਸਟਰ ਕੈਡਰ ਦੇ ਲਈ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਇਸ ਚੈਨਲ ਨੂੰ। ਇਹ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਹੋਏਗਾ। ਅੱਜ ਆਪਾਂ ਕੰਟੀਨਿਊ ਕਰਦੇ ਹਾਂ ਆਪਣੇ ਪੰਜਾਬੀ ਦੇ ਸਿਲੇਬਸ ਨੂੰ। ਦੇਖੋ ਪੰਜਾਬੀ ਦਾ ਸਿਲੇਬਸ ਆਪਾਂ ਕਾਫੀ ਹੱਦ ਤੱਕ 6 ਤੋਂ 7 ਟੌਪਿਕ ਨੇ ਜੋ ਕੰਪਲੀਟ ਕਰ ਚੁੱਕੇ ਹਾਂ। ਕਿ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਪੀ ਤੇ ਸੀ ਟੈਟ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਟੇਟ ਟੀਚਿੰਗ ਐਲੀਜੀਬਿਲਿਟੀ ਟੈਸਟ ਤੇ ਸੈਂਟਰਲ ਟੈਸਟ ਨੂੰ ਆਪਾਂ ਧਿਆਨ ਵਿੱਚ ਰੱਖਦੇ ਹੋਏ ਪੂਰਾ ਪੰਜਾਬੀ ਦਾ ਸਿਲੇਬਸ ਜੋ ਹੈ ਪੂਰੀ ਸਟਾਰਟਿੰਗ ਤੋਂ ਲੈ ਕੇ ਐਂਡਿੰਗ ਆਪਾਂ ਬੋਲ ਸਕਦੇ ਕਿ ਕਰ ਰਹੇ ਹਾਂ, ਜਿਹਦੇ ਵਿੱਚ 506 ਜਾਂ 6 ਤੋਂ 7 ਟੌਪਿਕ ਨੇ ਆਪਣੇ ਹੋ ਚੁੱਕੇ ਨੇ। ਅੱਜ ਆਪਾਂ ਅਗਲਾ ਟੌਪਿਕ ਕਰਨ ਜਾ ਰਹੇ ਹਾਂ। ਦੇਖੋ ਅੱਜ ਦਾ ਜੋ ਟੌਪਿਕ ਹੈ ਉਹ ਕਿਹੜਾ ਹੈ? ਤਖਸ਼ੀਸ਼ੀ ਨਿਦਾਨਾਤਮਕ ਜਾਂ ਫਿਰ ਇਸਨੂੰ ਨਿਦਾਨਾਤਮਕ ਨੂੰ ਆਪਾਂ ਉਪਚਾਰਿਕ ਸਿੱਖਿਆ ਵੀ ਬੋਲ ਦਿੰਦੇ ਹਾਂ। ਜਦੋਂ ਮੈਂ ਤੁਹਾਨੂੰ ਸਿਲੇਬਸ ਬਾਰੇ ਪੂਰੀ ਇਨਫੋਰਮੇਸ਼ਨ ਦਿੱਤੀ ਸੀ ਉਦੋਂ ਤੁਹਾਨੂੰ ਦੱਸਿਆ ਸੀ ਕਿ ਇਹਨਾਂ ਦੋਨੋਂ ਟੌਪਿਕਸ ਨੂੰ ਇੱਕ ਦੂਜੇ ਨਾਲ ਰਿਲੇਟ ਕਰਕੇ ਆਪਾਂ ਪੜਾਂਗੇ। ਠੀਕ ਹੈ, ਵੈਸੇ ਤਾਂ ਇਹ ਟੌਪਿਕ ਆਪਾਂ ਪ੍ਰੀਵੀਅਸ ਵੀਡੀਓ ਦੇ ਵਿੱਚ ਸਟਾਰਟ ਕਰ ਚੁੱਕੇ ਸੀ, ਕੰਪਲੀਟ ਨਹੀਂ ਹੋਇਆ ਸੀ ਬਟ ਸਟਾਰਟ ਕਰ ਦਿੱਤਾ ਗਿਆ ਸੀ। ਬਟ ਕੁਝ ਸਟੂਡੈਂਟਸ ਦਾ ਡਾਊਟ ਸੀ ਕਿ ਇਹਦੇ ਵਿੱਚ ਜੋ ਕੁਝ ਨਾ ਕੁਝ ਪਿਓਰ ਪੰਜਾਬੀ ਦੇ ਵਰਡਸ ਨੇ ਉਹ ਸ਼ਾਇਦ ਕਿਤੇ ਕਲੀਅਰ ਨਹੀਂ ਹੋ ਪਾ ਰਹੇ ਸੀ। ਤਾਂ ਮੈंने ਸੋਚਿਆ ਕਿ ਦੁਬਾਰਾ ਇਸ ਵੀਡੀਓ ਨੂੰ ਆਪਾਂ ਕਰੀਏ, ਇਸ ਟੌਪਿਕ ਨੂੰ ਦੁਬਾਰਾ ਸਟਾਰਟ ਕਰੀਏ ਤਾਂ ਕਿ ਜੋ ਵੀ ਤੁਹਾਡਾ ਪ੍ਰੀਵੀਅਸ ਵੀਡੀਓ ਦੇ ਵਿੱਚ ਡਾਊਟ ਹੋਏਗਾ ਉਹ ਇਸ ਦੇ ਵਿੱਚ ਕਲੀਅਰ ਹੋ ਜਾਏਗਾ। ਠੀਕ ਹੈ ਜੀ, ਔਰ ਜੇਕਰ ਤੁਹਾਡਾ ਡਾਊਟ ਕਲੀਅਰ ਸੀ ਤਾਂ ਤੁਹਾਡੀ ਇੱਕ ਤਰੀਕੇ ਦੀ ਰਿਵੀਜ਼ਨ ਹੋ ਜਾਏਗੀ। ਤਾਂ ਬਿਲਕੁਲ ਇਸ ਟੌਪਿਕ ਨੂੰ ਆਪਾਂ ਅੱਜ ਸ਼ੁਰੂ ਤੋਂ ਐਂਡ ਤੱਕ ਕਰਾਂਗੇ। ਸਟਾਰਟਿੰਗ ਤੋਂ ਇਸ ਨੂੰ ਅੱਜ ਇਸ ਇੱਕ ਵੀਡੀਓ ਦੇ ਵਿੱਚ ਹੀ ਕੰਪਲੀਟ ਕਰ ਦਿੱਤਾ ਜਾਏਗਾ। ਕਲੀਅਰ? ਤਾਂ ਬਿਲਕੁਲ ਇਹ ਇੰਪੋਰਟੈਂਟ ਟੌਪਿਕ ਹੈ, ਬਣ ਜਾਂਦਾ ਇਹਦੇ ਵਿੱਚ ਕੁਐਸਚਨ ਸਕਿਪ ਨਾ ਕਰਿਓ। ਔਰ ਅਗਰ ਆਪਾਂ ਗੱਲ ਕਰੀਏ ਪੀਐਸ ਟੈਟ ਦੇ ਬਾਕੀ ਸਬਜੈਕਟਸ ਦੀ, ਜੇਕਰ ਤੁਸੀਂ ਪੂਰੀ ਤਿਆਰੀ ਕਰ ਰਹੇ ਹੋ ਸੀਡੀਪੀ ਦੀ, ਮੈਥ ਦੀ, ਇੰਗਲਿਸ਼ ਦੀ ਕਲੀਅਰ, ਤਾਂ ਤੁਹਾਨੂੰ ਜੋ ਪਲੇਲਿਸਟ ਹੈ ਉਹ ਚੈਨਲ ਦੇ ਉੱਪਰ ਅਵੇਲੇਬਲ ਨਜ਼ਰ ਆਏਗੀ ਚੈਪਟਰ ਵਾਈਜ਼। ਠੀਕ ਹੈ, ਤੁਸੀਂ ਉੱਥੋਂ ਆਪਣੀ ਪ੍ਰੋਪਰ ਇੱਕ ਤਿਆਰੀ ਜੋ ਹੈ ਕਰ ਸਕਦੇ ਹੋ, ਹੈਲਪਫੁਲ ਹੋਏਗਾ ਤੁਹਾਡੇ ਲਈ ਪੂਰਾ। ਠੀਕ ਹੈ, ਤੇ ਚਲੋ ਸਟਾਰਟ ਕਰਦੇ ਫਿਰ ਅੱਜ ਦੇ ਟੌਪਿਕ ਨੂੰ। ਤਾਂ ਬਿਲਕੁਲ ਅੱਜ ਦਾ ਆਪਣਾ ਟੌਪਿਕ ਕੀ ਹੈ ਉਹ ਆਪਾਂ ਨੂੰ ਪਤਾ ਹੀ ਹੈ। ਠੀਕ ਹੈ, ਔਰ ਸਭ ਤੋਂ ਪਹਿਲਾਂ ਤਾਂ ਆਪਾਂ ਦੇਖ ਲੈਂਦੇ ਹਾਂ ਕਿ ਜਿਸ ਟੌਪਿਕ ਨੂੰ ਆਪਾਂ ਸਟੱਡੀ ਕਰਨਾ ਉਹਦਾ ਮੀਨਿੰਗ ਕੀ ਹੈ। ਠੀਕ ਹੈ, ਹੁਣ ਜਿਵੇਂ ਤਖਸ਼ੀਸ਼ੀ ਸਿੱਖਿਆ ਹੈ, ਠੀਕ ਹੈ, ਇਸਦਾ ਮਤਲਬ ਕੀ ਹੈ? ਦੇਖੋ ਆਪਾਂ ਜਿਵੇਂ ਕਿਸੇ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਸਟੂਡੈਂਟ ਦੇ ਵਿੱਚ ਇਹ ਜਾਂਚ ਕਰਨਾ ਕਿ ਉਸਨੂੰ ਕਿੱਥੇ ਕਿੱਥੇ ਸਿੱਖਣ ਦੇ ਵਿੱਚ ਸਮੱਸਿਆਵਾਂ ਹੋ ਰਹੀਆਂ ਨੇ, ਉਸਨੂੰ ਆਪਾਂ ਕੀ ਬੋਲਦੇ ਹਾਂ? ਤਖਸ਼ੀਸ਼ੀ ਸਿੱਖਿਆ ਬੋਲਦੇ ਹਾਂ। ਠੀਕ ਹੈ ਜੀ, ਹੁਣ ਫੋਰ ਐਗਜ਼ਾਮਪਲ ਤਖਸ਼ੀਸ਼ ਕਰਨਾ ਵੀ ਇਸਨੂੰ ਬੋਲਿਆ ਜਾਂਦਾ ਜਾਂ ਫਿਰ ਲੱਭਣਾ ਦਾ ਮੀਨਿੰਗ ਦਾ ਕੀ ਹੋ ਗਿਆ ਆਪਾਂ ਨੂੰ ਕਲੀਅਰ ਹੈ? ਲੱਭਣਾ ਕੀ ਹੁੰਦਾ? ਠੀਕ ਹੈ, ਕੋਈ ਬੱਚਾ ਭਾਸ਼ਾ ਸਿੱਖ ਰਿਹਾ ਹੈ, ਠੀਕ ਹੈ, ਬਟ ਭਾਸ਼ਾ ਸਿੱਖਦੇ ਹੋਏ ਉਸਨੂੰ ਬਹੁਤ ਸਾਰੀਆਂ ਪ੍ਰੋਬਲਮਸ ਫੇਸ ਹੋ ਰਹੀਆਂ ਨੇ। ਉਹ ਸਹੀ ਤਰੀਕੇ ਨਾਲ ਬੋਲ ਨਹੀਂ ਪਾ ਰਿਹਾ, ਉਹ ਸਹੀ ਤਰੀਕੇ ਨਾਲ ਸੁਣ ਨਹੀਂ ਪਾ ਰਿਹਾ, ਜਾਂ ਫਿਰ ਉਸਨੂੰ ਗ੍ਰਾਮਰ ਦੇ ਵਿੱਚ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਆ ਰਹੀ ਹੈ। ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਦਾ ਪਤਾ ਕਿਵੇਂ ਲੱਗੇਗਾ? ਹਾਊ ਆਪਾਂ ਕੀ ਕਹਿ ਸਕਦੇ ਕਿ ਆਪਾਂ ਨੂੰ ਕਿਸ ਤਰੀਕੇ ਨਾਲ ਪਤਾ ਲੱਗੇਗਾ? ਉਸਨੂੰ ਆਪਾਂ ਕੀ ਬੋਲਦੇ? ਉਸ ਚੀਜ਼ ਨੂੰ ਫਾਈਂਡ ਕਰਨਾ ਕਿ ਹਾਂਜੀ ਬੱਚੇ ਨੂੰ ਇੱਥੇ ਇੱਥੇ ਪ੍ਰੋਬਲਮ ਹੈ, ਉਸਨੂੰ ਆਪਾਂ ਕੀ ਬੋਲਦੇ ਹਾਂ? ਤਖਸ਼ੀਸ਼ੀ ਸਿੱਖਿਆ। ਉਮੀਦ ਹੈ ਇਹ ਪੁਆਇੰਟ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਹੋਊਗਾ ਕਿ ਉਹ ਸਿੱਖਿਆ ਜਿਹਦੇ ਦੁਆਰਾ ਆਪਾਂ ਫਾਈਂਡ ਕਰਦੇ ਹਾਂ, ਜਾਂਚ ਕਰਦੇ ਹਾਂ ਕਿ ਬੱਚੇ ਨੂੰ ਜੋ ਵੀ ਸਿੱਖਿਆ ਦੇ ਵਿੱਚ ਜਾਂ ਫਿਰ ਭਾਸ਼ਾ ਸਿੱਖਿਆ ਦੇ ਵਿੱਚ ਕਿਤੇ ਵੀ ਕੋਈ ਵੀ ਦਿੱਕਤ ਆ ਰਹੀ ਹੈ, ਠੀਕ ਹੈ, ਉਹਨਾਂ ਨੂੰ ਲੱਭਣਾ ਜਾਂ ਉਹਨਾਂ ਦੀ ਜਾਂਚ ਕਰਨਾ। ਹੁਣ ਇਹ ਕਿਵੇਂ ਹੋ ਸਕਦਾ? ਮੁਲਾਂਕਣ ਨਾਲ ਹੀ ਹੋ ਸਕਦਾ। ਆਪਾਂ ਬੱਚਿਆਂ ਨੂੰ ਲਰਨਿੰਗ ਕਰਵਾਉਂਦੇ ਹਾਂ, ਹੁਣ ਇਹ ਕਿਤੇ ਨਾ ਕਿਤੇ ਚੰਗੀ ਤਰ੍ਹਾਂ ਰਿਲੇਟ ਹੋ ਜਾਂਦਾ ਮੁਲਾਂਕਣ ਨਾਲ। ਇਸ ਲਈ ਇਸ ਟੌਪਿਕ ਨੂੰ ਕਰਨ ਤੋਂ ਪਹਿਲਾਂ ਮੁਲਾਂਕਣ ਨੂੰ ਕਰ ਲੈਣਾ ਬਹੁਤ ਜ਼ਰੂਰੀ ਹੈ। ਠੀਕ ਹੈ, ਮੁਲਾਂਕਣ ਕੀ ਹੁੰਦਾ? ਆਪਾਂ ਨੂੰ ਪ੍ਰੀਵੀਅਸ ਟੌਪਿਕ ਆਪਾਂ ਕਰਕੇ ਆਏ ਹਾਂ, ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਕਰਿਆ, ਤਾਂ ਹੀ ਤੁਹਾਨੂੰ ਇੱਕ ਸੀਰੀਜ਼ ਦੇ ਵਿੱਚ ਚੱਲ ਰਿਹਾ। ਠੀਕ ਹੈ, ਅਗਰ ਪ੍ਰੀਵੀਅਸ ਵੀਡੀਓ ਦੇਖੀ ਹੋਏਗੀ, ਪੜ੍ਹੇ ਹੋਣਗੇ ਤੁਸੀਂ, ਤਾਂ ਤੁਹਾਨੂੰ ਅਗਲਾ ਬਿਲਕੁਲ ਈਜ਼ੀਲੀ ਕਲੀਅਰ ਹੋ ਜਾਏਗਾ। ਤਾਂ ਮੁਲਾਂਕਣ ਕਰਕੇ ਆਪਾਂ ਬੱਚਿਆਂ ਦੇ ਵਿੱਚ ਦੇਖ ਸਕਦੇ ਹਾਂ ਕਿ ਬੱਚੇ ਕਿੱਥੇ ਕਿੱਥੇ ਉਹਨਾਂ ਦਾ ਜੋ ਵੀਕ ਪੁਆਇੰਟ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੋਏਗਾ। ਠੀਕ ਹੈ, ਅਤੇ ਉਹਨਾਂ ਨਾਲ ਆਪਾਂ ਨੂੰ ਪਤਾ ਲੱਗ ਜਾਏਗਾ ਅਤੇ ਉਸਨੂੰ ਆਪਾਂ ਕੀ ਬੋਲਦੇ ਹਾਂ, ਉਹਨਾਂ ਦੇ ਹੋਰ ਥੋੜ੍ਹਾ ਜਿਹਾ ਆਪਾਂ ਕਹਾਂਗੇ ਕਿ ਧਿਆਨ ਦੇ ਕੇ ਆਪਾਂ ਕਹਿ ਸਕਦੇ ਹਾਂ ਕਿ ਤਖਸ਼ੀਸ਼ੀ ਸਿੱਖਿਆ ਦੇ ਦੁਆਰਾ ਆਪਾਂ ਕੀ ਕਰ ਸਕਦੇ ਹਾਂ? ਜਾਂਚ ਕਰ ਸਕਦੇ ਹਾਂ, ਲੱਭ ਸਕਦੇ ਹਾਂ ਕਿ ਕਿਸ ਤਰੀਕੇ ਨਾਲ ਕੀ ਸਮੱਸਿਆਵਾਂ ਬੱਚਿਆਂ ਨੂੰ ਸਿੱਖਣ ਦੇ ਵਿੱਚ ਜਾਂ ਆਪਾਂ ਕਹਿ ਸਕਦੇ ਹਾਂ ਕਿ ਭਾਸ਼ਾ ਨੂੰ ਸਿੱਖਣ ਦੇ ਵਿੱਚ ਉਹਨਾਂ ਨੂੰ ਸਮੱਸਿਆਵਾਂ ਆਉਂਦੀਆਂ ਨੇ। ਹੁਣ ਅੱਗੇ ਅਗਰ ਆਪਾਂ ਗੱਲ ਕਰੀਏ ਭਾਸ਼ਾ ਸਿੱਖਿਆ ਵਿੱਚ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ। ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਉਹ ਸਮੱਸਿਆਵਾਂ ਦੇਖ ਲੈਂਦੇ ਹਾਂ। ਹੁਣ ਅਗਰ ਇੱਕ ਬੱਚਾ ਭਾਸ਼ਾ ਸਿੱਖ ਰਿਹਾ ਹੈ ਤਾਂ ਕਿਹੜੇ ਸਮੱਸਿਆਵਾਂ ਆਪਾਂ ਕਹਿ ਸਕਦੇ ਕਿ ਬੱਚੇ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ? ਹੋ ਸਕਦਾ ਬੱਚਾ ਸਹੀ ਤਰੀਕੇ ਨਾਲ ਨਾ ਬੋਲ ਪਾਉਂਦਾ ਹੋਵੇ, ਪ੍ਰੋਨਾਊਂਸੀਏਸ਼ਨ ਉਹਦੀ ਕਿਤੇ ਨਾ ਕਿਤੇ ਸਹੀ ਨਾ ਹੋਵੇ। ਠੀਕ ਹੈ, ਮੀਨ ਟੂ ਸੇ ਹਕਲਾਣਾ ਤੁਕਲਾਣਾ ਇਹ ਫਿਜ਼ੀਕਲੀ ਹੋ ਜਾਂਦੇ ਨੇ, ਜਾਂ ਫਿਰ ਥੋੜ੍ਹਾ ਜਿਹਾ ਕੌਨਫੀਡੈਂਸ ਦਾ ਘੱਟ ਹੋਣਾ। ਠੀਕ ਹੈ, ਕਿਸੇ ਵੀ ਤਰੀਕੇ ਨਾਲ ਅਗਰ ਬੋਲਣ ਦੇ ਵਿੱਚ ਉਸਨੂੰ ਸਮੱਸਿਆ ਹੋ ਰਹੀ ਹੈ, ਭਾਸ਼ਾ ਨੂੰ ਸਹੀ ਤਰੀਕੇ ਨਾਲ ਉਹ ਨਹੀਂ ਬੋਲ ਪਾ ਰਿਹਾ, ਜਾਂ ਫਿਰ ਜਿਸ ਤਰੀਕੇ ਨਾਲ ਆਪਣੇ ਆਲੇ ਦੁਆਲੇ ਦੇਖ ਰਿਹਾ ਉਹਦੇ ਵਿੱਚ ਸ਼ਬਦਾਂ ਨੂੰ ਭਾਸ਼ਾ ਦੇ ਜਿਹੜੇ ਸ਼ਬਦ ਨੇ ਉਹ ਵਿਗਾੜ ਕੇ ਬੋਲੇ ਜਾ ਰਹੇ ਨੇ, ਉਸੇ ਤਰੀਕੇ ਨਾਲ ਉਹ ਵੀ ਪ੍ਰੋਨਾਊਂਸ ਕਰ ਰਹੇ। ਅਤੇ ਕੋਈ ਵੀ ਇੱਕ ਕਾਰਨ ਹੋ ਸਕਦਾ ਜਿਹਦੇ ਕਰਕੇ ਬੱਚੇ ਨੂੰ ਬੋਲਣ ਦੇ ਵਿੱਚ ਕੀ ਆ ਰਹੀ ਹੈ? ਪ੍ਰੋਬਲਮ ਆ ਰਹੀ ਹੈ, ਅਤੇ ਇਹ ਉਸਦਾ ਇੱਕ ਕਾਰਨ ਹੋ ਜਾਂਦਾ। ਸਿਮਿਲਰਲੀ ਆਪਾਂ ਕਹਿ ਸਕਦੇ ਕਿ ਲਿਖ ਨਹੀਂ ਸਹੀ ਪਾ ਰਿਹਾ, ਆਪਾਂ ਕਹਿ ਸਕਦੇ ਹਾਂ ਉਹਨੂੰ ਆਪਾਂ ਵਰਡਿੰਗ ਦੇ ਵਿੱਚ ਬੋਲ ਸਕਦੇ ਹਾਂ ਗਲਤੀਆਂ ਸ਼ਬਦਾਂ ਦੇ ਵਿੱਚ। ਠੀਕ ਹੈ, ਉਹ ਸਾਰਾ ਕੁਛ ਪੜ੍ਹ ਨਹੀਂ ਸਹੀ ਤਰੀਕੇ ਨਾਲ ਪਾ ਰਿਹਾ, ਜਾਂ ਫਿਰ ਸੁਣਨ ਦੇ ਵਿੱਚ ਉਸਨੂੰ ਕਿਤੇ ਨਾ ਕਿਤੇ ਪ੍ਰੋਬਲਮ ਆ ਰਹੀ ਹੈ। ਹੋਰ ਅਗਰ ਆਪਾਂ ਗੱਲ ਕਰੀਏ ਵਿਆਕਰਨ ਸੰਬੰਧੀ, ਵਿਆਕਰਨ ਇੱਕ ਬਹੁਤ ਹੀ ਇੰਪੋਰਟੈਂਟ ਪਾਰਟ ਹੋ ਜਾਂਦਾ ਗ੍ਰਾਮਰ ਦਾ, ਜੋ ਕਿ ਆਪਾਂ ਬਹੁਤ ਡਿਸਕਸ ਕਰ ਚੁੱਕੇ ਹਾਂ। ਠੀਕ ਹੈ, ਇਹ ਵੀ ਇੱਕ ਪੂਰਾ ਟੌਪਿਕ ਆਪਾਂ ਡਿਸਕਸ ਕੀਤਾ ਸੀ। ਤਾਂ ਵਿਆਕਰਨ ਸੰਬੰਧੀ ਵੀ ਬਹੁਤ ਸਾਰੇ ਸਟੂਡੈਂਟ ਕਨਫਿਊਜ਼ ਰਹਿੰਦੇ ਨੇ ਕਿ ਪਹਿਲਾਂ
ਕੀ ਕਿਰਿਆ ਲੱਗੇਗੀ ਜੇਕਰ, ਹੈ ਨਾ। ਉਸ ਤਰੀਕੇ ਨਾਲ ਵੀ ਬੱਚਿਆਂ ਦੇ ਅੰਦਰ ਇੱਕ ਹੋ ਸਕਦਾ ਸਮੱਸਿਆਵਾਂ ਹੋਣ। ਸ਼ਬਦ ਜੋੜ, ਸ਼ਬਦਾਂ ਨੂੰ ਕਿਸ ਤਰੀਕੇ ਨਾਲ ਜੋੜ ਕੇ ਉਹਨਾਂ ਨੂੰ ਰਿਪਰੈਜ਼ੈਂਟ ਕਿਸ ਤਰੀਕੇ ਨਾਲ ਕਰਨਾ ਹੈ। ਤਾਂ ਇਹ ਸਾਰੀਆਂ ਚੀਜ਼ਾਂ ਕਿਹਦੇ ਵਿੱਚ ਆ ਜਾਂਦੀਆਂ ਨੇ, ਉਹ ਸਾਰੀਆਂ ਸਮੱਸਿਆਵਾਂ ਹੁੰਦੀਆਂ ਨੇ ਜੋ ਭਾਸ਼ਾ ਸਿੱਖਣ ਦੇ ਸਮੇਂ ਇੱਕ ਬੱਚਾ ਕਿਤੇ ਨਾ ਕਿਤੇ ਫੇਸ ਕਰਦਾ ਹੈ। ਠੀਕ ਹੈ, ਜ਼ਰੂਰੀ ਨਹੀਂ ਸਾਰੀਆਂ ਕਰੇਗਾ, ਕੋਈ ਨਾ ਕੋਈ ਇਹਦੇ ਵਿੱਚ ਹੋ ਸਕਦਾ ਕੋਈ ਪ੍ਰੋਬਲਮ ਨਾ ਹੋਵੇ, ਹੋ ਸਕਦਾ ਸਾਰੀਆਂ ਹੋਣ, ਸਕਦਾ 2 ਤੋਂ 3 ਹੋਣ। ਠੀਕ ਹੈ, ਉਹ ਡਿਪੈਂਡ ਕਰਦਾ ਬੱਚੇ ਦੀ ਸਿਚੁਏਸ਼ਨ ਦੇ ਉੱਪਰ, ਉਹਦੇ ਮਾਈਂਡਸੈਟ ਦੇ ਉੱਪਰ। ਅੱਗੇ ਅਗਰ ਆਪਾਂ ਗੱਲ ਕਰੀਏ ਤਾਂ ਇਹਨਾਂ ਦੀ ਜਦੋਂ ਆਪਾਂ ਦੇਖਦੇ ਹਾਂ, ਹੁਣ ਆਪਾਂ ਨੂੰ ਇਹ ਸਾਰਾ ਕੁਝ ਕਿੱਦਾਂ ਪਤਾ ਲੱਗੇਗਾ, ਅਗਰ ਬੱਚੇ ਨੂੰ ਆਪਾਂ ਥੋੜ੍ਹਾ ਜਿਹਾ ਉਸ ਵੱਲ ਧਿਆਨ ਦੇਵਾਂਗੇ, ਆਪਾਂ ਨੂੰ ਕਿੱਦਾਂ ਪਤਾ ਲੱਗੇਗਾ ਕਿ ਇਹ ਸਾਰੀਆਂ ਜੋ ਸਮੱਸਿਆਵਾਂ ਨੇ ਇਹਨਾਂ ਨੂੰ ਲੱਭਣਾ ਹੀ ਕੀ ਕਿਹਾ ਜਾਂਦਾ, ਤਖਸ਼ੀਸ਼ੀ ਸਿੱਖਿਆ ਕਿਹਾ ਜਾਂਦਾ। ਠੀਕ ਹੈ ਜੀ। ਨੈਕਸਟ ਅਗਰ ਆਪਾਂ ਗੱਲ ਕਰੀਏ ਭਾਸ਼ਾ ਸਿੱਖਿਆ ਦੇ ਉਦੇਸ਼ਾਂ ਨੂੰ ਹੁਣ ਦੇਖੋ, ਭਾਸ਼ਾ ਸਿੱਖਿਆ ਦੇ ਉਦੇਸ਼ ਦਾ ਮਤਲਬ ਕੀ ਹੋ ਜਾਂਦਾ ਹੈ। ਅਗਰ ਬੱਚਾ ਇਹਨਾਂ ਦੇ ਵਿੱਚੋਂ ਕੋਈ ਵੀ ਇੱਕ ਗਲਤੀ ਵੀ ਕਰ ਰਿਹਾ ਤਾਂ ਕਿਤੇ ਨਾ ਕਿਤੇ ਉਹ ਭਾਸ਼ਾ ਨੂੰ ਸਹੀ ਤਰੀਕੇ ਨਾਲ ਯੂਜ਼ ਨਹੀਂ ਕਰ ਪਾ ਰਿਹਾ, ਭਾਸ਼ਾ ਨੂੰ ਸਹੀ ਤਰੀਕੇ ਨਾਲ ਪ੍ਰੋਨਾਊਂਸ ਨਹੀਂ ਕਰ ਪਾ ਰਿਹਾ, ਸੁਣ ਨਹੀਂ ਪਾ ਰਿਹਾ, ਪੜ੍ਹ ਨਹੀਂ ਪਾ ਰਿਹਾ। ਠੀਕ ਹੈ, ਤਾਂ ਭਾਸ਼ਾ ਦਾ ਸਹੀ ਪ੍ਰਯੋਗ ਹੈ ਜੋ ਨਹੀਂ ਹੋ ਪਾ ਰਿਹਾ। ਠੀਕ ਹੈ, ਤਾਂ ਜਿਹਦੇ ਕਰਕੇ ਉਹ ਭਾਸ਼ਾ ਦੇ ਉਦੇਸ਼ ਨੇ ਜਿਹੜੇ ਉਹਨਾਂ ਨੂੰ ਪ੍ਰਾਪਤ ਨਹੀਂ ਕਰ ਸਕਦਾ। ਤਾਂ ਬਿਲਕੁਲ ਇਹਨਾਂ ਗਲਤੀਆਂ ਨੂੰ, ਜੇਕਰ ਇਹ ਗਲਤੀਆਂ ਨਾਲ ਚੱਲਣਗੇ ਤਾਂ ਭਾਸ਼ਾ ਦੇ ਜਿਹੜੇ ਉਦੇਸ਼ ਨੇ ਜਾਂ ਫਿਰ ਭਾਸ਼ਾ ਦਾ ਜਿਹੜਾ ਸਹੀ ਯੂਜ਼ ਹੈ, ਸਹੀ ਪ੍ਰਯੋਗ ਹੈ, ਉਹ ਨਹੀਂ ਹੋ ਪਾਏਗਾ। ਠੀਕ ਹੈ, ਤਾਂ ਇਹਨਾਂ ਕਮੀਆਂ ਨੂੰ ਲੱਭਣਾ, ਇਹਨਾਂ ਅਸ਼ੁੱਧੀਆਂ ਨੂੰ ਲੱਭਣਾ ਜਾਂ ਫਿਰ ਇਹਨਾਂ ਤਰੁੱਟੀਆਂ ਨੂੰ ਪਹਿਚਾਨਣਾ, ਸਮੱਸਿਆਵਾਂ ਨੂੰ ਪਹਿਚਾਨਣਾ, ਇਹ ਸਾਰਾ ਕੁਝ ਕੀ ਕਹਿਲਵਾਉਂਦਾ, ਤਖਸ਼ੀਸ਼ ਕਰਨਾ ਜਾਂ ਫਿਰ ਤਖਸ਼ੀਸ਼ੀ ਸਿੱਖਿਆ। ਇਹ ਤਾਂ ਅਸੀਂ ਆਪਣੇ ਇੱਕ ਛੋਟਾ ਜਿਹਾ ਟੌਪਿਕ। ਠੀਕ ਹੈ, ਇਹਦੇ ਨਾਲ ਹੀ ਰਿਲੇਟ ਕਰਕੇ ਹੁਣ ਕਿਹੜਾ ਆ ਜਾਂਦਾ, ਉਪਚਾਰਿਕ ਜਾਂ ਨਿਦਾਨਾਤਮਕ ਸਿੱਖਿਆ। ਹੁਣ ਦੇਖੋ, ਉਪਚਾਰਿਕ ਤੇ ਨਿਦਾਨਾਤਮਕ ਦੋਨੋਂ ਸੇਮ ਹੀ ਨੇ, ਦੋਨਾਂ 'ਚ ਇੰਨਾ ਕੋਈ ਖਾਸ ਫਰਕ ਨਹੀਂ ਹੈ। ਠੀਕ ਹੈ, ਖਾਸ ਕੀ ਬਿਲਕੁਲ ਵੀ ਫਰਕ ਨਹੀਂ ਹੈ। ਤੁਸੀਂ ਉਪਚਾਰਿਕ ਵਰਡ ਯੂਜ਼ ਕਰ ਲਓ ਜਾਂ ਨਿਦਾਨਾਤਮਕ ਵਰਡ ਯੂਜ਼ ਕਰ ਲਓ, ਦੋਨਾਂ ਦੇ ਵਿੱਚ ਬਿਲਕੁਲ ਵੀ ਫਰਕ ਨਹੀਂ ਹੈ। ਦੋਨੋਂ ਇੱਕ ਹੀ ਚੀਜ਼ ਦੇ ਨਾਮ ਨੇ, ਇੱਕ ਹੀ ਸਿੱਖਿਆ ਦੇ ਨਾਮ ਨੇ। ਹੁਣ ਉਸ ਨੂੰ ਆਪਾਂ ਕਿਹਨਾਂ ਨੂੰ ਬੋਲਦੇ ਹਾਂ ਸਮਝਦੇ ਹਾਂ। ਇਹਨਾਂ ਕਮੀਆਂ ਤਰੁੱਟੀਆਂ ਨੂੰ ਸੁਧਾਰਨ ਕਰਨ ਲਈ ਨਵੀਆਂ ਨੀਤੀਆਂ ਦਾ ਨਿਰਮਾਣ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਲਾਗੂ ਕਰਦਾ ਹੈ। ਠੀਕ ਹੈ, ਜਿਹੜੀਆਂ ਨਵੀਆਂ ਨੀਤੀਆਂ, ਹੁਣ ਫੋਰ ਐਗਜ਼ਾਮਪਲ ਆਪਾਂ ਨੂੰ ਪਤਾ ਲੱਗ ਗਿਆ ਕਿ ਇੱਕ ਬੱਚਾ ਸਹੀ ਤਰੀਕੇ ਨਾਲ ਭਾਸ਼ਾ ਦਾ ਪ੍ਰਯੋਗ ਨਹੀਂ ਕਰ ਪਾ ਰਿਹਾ। ਠੀਕ ਹੈ, ਉਸ ਦੇ ਵਿੱਚ ਕਿਹੜੀਆਂ ਕਮੀਆਂ ਨੇ ਆਪਾਂ ਨੇ ਉਹ ਵੀ ਫਾਈਂਡ ਆਊਟ ਕਰ ਲਿਆ ਕਿ ਬੱਚੇ ਨੂੰ ਬੋਲਣ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਜਾਂ ਫਿਰ ਬੱਚੇ ਨੂੰ ਗ੍ਰਾਮਰ ਦੇ ਵਿੱਚ ਪ੍ਰੋਬਲਮ ਆ ਰਹੀ ਹੈ, ਵਿਆਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ। ਹੁਣ ਉਹਨਾਂ ਨੂੰ ਸੁਧਾਰਨ ਲਈ ਆਪਾਂ ਇੱਦਾਂ ਨਹੀਂ ਹੈ ਕਿ ਹਾਂਜੀ ਆਪਾਂ ਗਲਤੀਆਂ ਨੂੰ ਜਾਂਚ ਲਿਆ, ਆਪਾਂ ਨੇ ਦੇਖ ਲਿਆ ਕਿ ਹਾਂਜੀ ਇੱਥੇ ਪ੍ਰੋਬਲਮ ਹੈ ਤਾਂ ਆਪਾਂ ਨੂੰ ਛੱਡ ਦੇਵਾਂਗੇ, ਨਹੀਂ। ਉਹਨਾਂ ਵਿੱਚ ਸੁਧਾਰ ਕਰਨਾ ਜ਼ਰੂਰੀ ਹੈ। ਉਹਨਾਂ ਵਿੱਚ ਸੁਧਾਰ ਕਰਨ ਲਈ ਬਹੁਤ ਸਾਰੇ ਮੈਥਡ ਨੇ ਜੋ ਅਪਲਾਈ ਕੀਤੇ ਜਾਂਦੇ ਨੇ। ਠੀਕ ਹੈ, ਬਹੁਤ ਸਾਰੀਆਂ ਨੀਤੀਆਂ ਅਪਣਾਈਆਂ ਜਾਂਦੀਆਂ ਨੇ ਅਤੇ ਉਹਨਾਂ ਨੀਤੀਆਂ ਦਾ ਜੋ ਨਿਰਮਾਣ ਕਰਨਾ ਅਤੇ ਉਹਨਾਂ ਨੂੰ ਲਾਗੂ ਕਰਨਾ, ਠੀਕ ਹੈ, ਇਹ ਸਾਰਾ ਕੁਛ ਕਿਹਦੇ ਵਿੱਚ ਆ ਜਾਂਦਾ, ਨਿਦਾਨਾਤਮਕ ਜਾਂ ਫਿਰ ਉਪਚਾਰਿਕ ਸਿੱਖਿਆ ਦੇ ਵਿੱਚ ਆ ਜਾਂਦਾ। ਠੀਕ ਹੈ, ਸਮਝ ਗਏ ਹੋਣਗੇ ਤੁਸੀਂ ਨਿਦਾਨਾਤਮਕ ਜਾਂ ਉਪਚਾਰਿਕ ਸਿੱਖਿਆ ਕੀ ਹੁੰਦੀ ਹੈ। ਠੀਕ ਹੈ, ਮਤਲਬ ਕੀ ਹੈ ਕਿ ਜੋ ਗਲਤੀਆਂ ਆਪਾਂ ਸਟੂਡੈਂਟ ਅੱਜ ਕਰਦੇ ਇਨ ਦਾ ਫਿਊਚਰ ਨਾ ਕਰੇ, ਇਸ ਲਈ ਉਹਨਾਂ ਵਿੱਚ ਸੁਧਾਰ ਕਰਨਾ ਜ਼ਰੂਰੀ ਹੈ। ਉਸ ਵਿੱਚ ਸੁਧਾਰ ਕਰਨ ਲਈ ਜੋ ਵੀ ਨੀਤੀਆਂ ਅਪਣਾਈਆਂ ਜਾਂਦੀਆਂ ਨੇ ਜਾਂ ਜੋ ਵੀ ਸਿੱਖਿਆ ਦਿੱਤੀ ਜਾਂਦੀ ਹੈ ਉਸ ਨੂੰ ਆਪਾਂ ਕੀ ਬੋਲਦੇ ਹਾਂ, ਉਪਚਾਰਿਕ ਜਾਂ ਨਿਦਾਨਾਤਮਕ ਸਿੱਖਿਆ ਬੋਲਦੇ ਹਾਂ। ਠੀਕ ਹੈ ਜੀ, ਉਮੀਦ ਹੈ ਕਲੀਅਰ ਹੋ ਗਿਆ ਹੋਵੇਗਾ। ਨੈਕਸਟ ਅਗਰ ਆਪਾਂ ਗੱਲ ਕਰੀਏ ਇਸ ਤਰ੍ਹਾਂ ਕੀ ਹੁੰਦਾ, ਬਾਲਗਾਂ ਦੀਆਂ ਭਾਸ਼ਾ ਸਿੱਖਿਆ ਸੰਬੰਧੀ ਜਿਹੜੀ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਵਾਲੀ ਜੋ ਵੀ ਸਿੱਖਿਆ ਹੁੰਦੀ ਹੈ ਉਸ ਨੂੰ ਆਪਾਂ ਸਿੰਪਲ ਸ਼ਬਦਾਂ ਵਿੱਚ ਕਹੀਏ, ਜਦੋਂ ਆਪਾਂ ਨੂੰ ਪਤਾ ਲੱਗ ਗਿਆ ਕਿ ਹਾਂਜੀ ਬੱਚੇ ਦਾ ਇਹ ਵੀਕ ਪੁਆਇੰਟ ਹੈ, ਉਸ ਨੂੰ ਜਦੋਂ ਆਪਾਂ ਸੁਧਾਰਨ ਲਈ ਉਸ ਉੱਪਰ ਧਿਆਨ ਦਿੰਦੇ ਹਾਂ, ਉਸ ਨੂੰ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਲਰਨਿੰਗ ਉਸਦੀ ਕਰਵਾਈ ਜਾਂਦੀ ਹੈ, ਤਾਂ ਉਹ ਇੱਕ ਕਿਹਦਾ ਪਾਰਟ ਬਣ ਜਾਂਦਾ ਹੈ, ਨਿਦਾਨਾਤਮਕ ਜਾਂ ਉਪਚਾਰਿਕ ਸਿੱਖਿਆ। ਠੀਕ ਹੈ, ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਇਹ ਤਾਂ ਆਪਾਂ ਨੂੰ ਕਲੀਅਰ ਹੋ ਗਿਆ ਕਿ ਨਿਦਾਨਾਤਮਕ ਜਾਂ ਉਪਚਾਰਿਕ ਸਿੱਖਿਆ ਕੀ ਹੁੰਦੀ ਹੈ। ਦੋਨੋਂ ਸੇਮ ਹੁੰਦੀਆਂ, ਦੋਨਾਂ ਵਿੱਚ ਫਰਕ ਨਹੀਂ ਹੁੰਦਾ, ਦੋਨੋਂ ਇੱਕੋ ਹੀ ਚੀਜ਼ ਦੇ ਨਾਮ ਨੇ। ਅਤੇ ਬਿਲਕੁਲ ਇਹਦੇ ਉਦੇਸ਼ ਦੇਖ ਲੈਂਦੇ ਹਾਂ ਹੁਣ ਆਪਾਂ ਕੀ ਨੇ। ਭਾਸ਼ਾ ਸੰਬੰਧੀ ਜੋ ਵੀ ਅਸ਼ੁੱਧੀਆਂ ਜਾਂ ਤਰੁੱਟੀਆਂ ਹੁੰਦੀਆਂ ਨੇ ਉਹਨਾਂ ਨੂੰ ਦੂਰ ਕਰਨਾ। ਠੀਕ ਹੈ, ਹੁਣ ਅਗਰ ਆਪਾਂ ਨੂੰ ਪਤਾ ਲੱਗ ਗਿਆ ਕਿ ਬੱਚਾ ਸਹੀ ਤਰੀਕੇ ਨਾਲ ਲੈਂਗੁਏਜ ਨਹੀਂ ਯੂਜ਼ ਕਰ ਰਿਹਾ, ਆਪਾਂ ਉਹਨੂੰ ਨਵੀਆਂ ਨੀਤੀਆਂ ਨਵੇਂ ਮੈਥਡ ਨਾਲ ਉਸ ਨੂੰ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਅਤੇ ਇਹਦਾ ਆਪਣਾ ਮੇਨ ਉਦੇਸ਼ ਕੀ ਹੋਏਗਾ, ਤਾਂ ਕਿ ਬੱਚਾ ਸਹੀ ਤਰੀਕੇ ਨਾਲ ਜੋ ਭਾਸ਼ਾ ਦੇ ਵਿੱਚ ਗਲਤੀਆਂ ਕਰ ਰਿਹਾ ਉਸ ਨੂੰ ਨਾ ਕਰੇ। ਠੀਕ ਹੈ, ਉਸ ਦੀਆਂ ਜੋ ਅਸ਼ੁੱਧੀਆਂ ਨੇ ਜਾਂ ਗਲਤੀਆਂ ਨੇ ਜਾਂ ਤਰੁੱਟੀਆਂ ਨੇ ਉਹਨੂੰ ਦੂਰ ਹੋ ਜਾਣ। ਠੀਕ ਹੈ, ਬਿਲਕੁਲ ਬੇਸਿਕ ਜਿਹੀ ਗੱਲ ਆ ਜਾਂਦੀ ਹੈ। ਨਿਦਾਨਾਤਮਕ ਸਿੱਖਿਆ ਜਾਂ ਉਪਚਾਰਿਕ ਸਿੱਖਿਆ ਕਿਉਂ ਕੀਤੀ ਜਾ ਰਹੀ ਹੈ, ਤਾਂ ਕਿ ਭਾਸ਼ਾ ਸੰਬੰਧੀ ਜੋ ਵੀ ਅਸ਼ੁੱਧੀਆਂ ਜਾਂ ਤਰੁੱਟੀਆਂ ਬੱਚਾ ਵਰਤ ਰਿਹਾ ਹੈ ਉਹ ਸਾਰੀਆਂ ਕੀ ਹੋ ਜਾਣ, ਦੂਰ ਹੋ ਜਾਣ। ਸੈਕਿੰਡ ਅਗਰ ਆਪਾਂ ਗੱਲ ਕਰੀਏ ਗਿਆਨ ਪ੍ਰਾਪਤੀ ਦੇ ਰਾਹ ਵਿੱਚ ਰੁਕਾਵਟਾਂ ਪਾਉਣ ਵਾਲੀ ਕਠਿਨਾਈਆਂ ਨੂੰ ਦੂਰ ਕਰਨਾ। ਹੁਣ ਅਗਰ ਬੱਚਾ ਸਹੀ ਤਰੀਕੇ ਨਾਲ ਭਾਸ਼ਾ ਨਹੀਂ ਸਿੱਖ ਪਾਏਗਾ, ਠੀਕ ਹੈ, ਤਾਂ ਹੁਣ ਸਿਰਫ ਉਸ ਭਾਸ਼ਾ ਦੇ ਕਾਰਨ ਬਹੁਤ ਸਾਰੀਆਂ ਐਵੇਂ ਦੀਆਂ ਚੀਜ਼ਾਂ ਜਿਨ੍ਹਾਂ ਤੋਂ ਉਸਨੂੰ ਗਿਆਨ ਪ੍ਰਾਪਤ ਹੋ ਰਿਹਾ ਹੈ, ਸ਼ਾਇਦ ਉਹ ਉਸ ਵੱਲ ਵੀ ਚੰਗੇ ਤਰੀਕੇ ਨਾਲ ਧਿਆਨ ਨਹੀਂ ਦੇ ਪਾਏਗਾ। ਠੀਕ ਹੈ, ਫੋਰ ਐਗਜ਼ਾਮਪਲ ਅਗਰ ਕਿਸੇ ਬੱਚੇ ਦਾ ਪੰਜਾਬੀ ਮੀਡੀਅਮ ਹੈ, ਠੀਕ ਹੈ, ਤਾਂ ਉਹ ਬਿਲਕੁਲ ਸਾਇੰਸ ਦੇ ਵਿੱਚ ਸਬਜੈਕਟ ਹੋ ਗਿਆ ਜਾਂ ਹੋਰ SST ਹੋ ਗਿਆ ਜਿੱਤੋਂ ਉਹਨੂੰ ਬਹੁਤ ਸਾਰਾ ਨੌਲੇਜ ਮਿਲਦੀ ਹੈ। ਠੀਕ ਹੈ, ਜਾਂ ਫਿਰ ਅਗਰ ਆਪਾਂ ਪੰਜਾਬੀ ਦੀ ਹੀ ਗੱਲ ਕਰ ਲਈਏ, ਅਗਰ ਉਸਦੀ ਪਕੜ ਹੀ ਸਹੀ ਨਹੀਂ ਹੈ, ਭਾਸ਼ਾ ਹੀ ਸਹੀ ਨਹੀਂ ਹੈ, ਠੀਕ ਹੈ, ਤਾਂ ਬਿਲਕੁਲ ਉਹ ਸਾਇੰਸ ਅਤੇ SST ਇੱਦਾਂ ਦੇ ਸਬਜੈਕਟ ਵੀ ਨਹੀਂ ਪੜ੍ਹ ਪਾਏਗਾ। ਜਾਂ ਫਿਰ ਹੋਰ ਅਗਰ ਆਪਾਂ ਗੱਲ ਕਰੀਏ ਰੈਗੂਲਰ ਲਾਈਫ ਦੇ ਵਿੱਚ ਜਦੋਂ ਉਹ ਸਹੀ ਤਰੀਕੇ ਨਾਲ ਭਾਸ਼ਾ ਨੂੰ ਯੂਜ਼ ਨਹੀਂ ਕਰ ਪਾਏਗਾ, ਸਹੀ ਸੁਣ ਨਹੀਂ ਪਾਏਗਾ, ਸਹੀ ਬੋਲ ਨਹੀਂ ਪਾਏਗਾ, ਤਾਂ ਉਸਦਾ ਗਿਆਨ ਜੋ ਹੈ ਉਹ ਉਨਾ ਅੱਛੇ ਤਰੀਕੇ ਨਾਲ ਡਿਵੈਲਪ ਨਹੀਂ ਹੋ ਪਾਏਗਾ ਜਿੰਨਾ ਬਾਕੀ ਸਟੂਡੈਂਟਸ ਆਪਾਂ ਦੇਖਾਂਗੇ। ਠੀਕ ਹੈ, ਤਾਂ ਬਿਲਕੁਲ ਜੋ ਭਾਸ਼ਾ ਹੈ ਉਸ ਦੀਆਂ ਜੋ ਵੀ ਕਠਿਨਾਈਆਂ ਉਹਨਾਂ ਨੂੰ ਦੂਰ ਕਰਨ, ਮੇਨ ਮੋਟਿਵ ਕੀ ਹੋ ਜਾਂਦਾ ਹੈ, ਤਾਂ ਕਿ ਗਿਆਨ ਪ੍ਰਾਪਤੀ ਦੇ ਰਾਹ ਵਿੱਚ ਜੋ ਵੀ ਰੁਕਾਵਟਾਂ ਨੇ ਉਸ ਨੂੰ ਦੂਰ ਕੀਤਾ ਜਾ ਸਕੇ।
ਭਾਸ਼ਾ ਸਿੱਖਿਆ ਨੂੰ ਪ੍ਰਭਾਵਸ਼ਾਲੀ ਬਣਾਉਣਾ ਬਿਲਕੁਲ ਹੀ ਇੱਕ ਆਮ ਜਿਹਾ ਪੁਆਇੰਟ ਹੋ ਜਾਂਦਾ ਹੈ ਕਿ ਭਾਸ਼ਾ ਸਿੱਖਿਆ ਇਸ ਨਾਲ ਕੀ ਬਣਦੀ ਹੈ, ਪ੍ਰਭਾਵਸ਼ਾਲੀ ਬਣਦੀ ਹੈ। ਪ੍ਰਭਾਵਸ਼ਾਲੀ ਮੀਨ ਟੂ ਸੇ ਕਿ ਬੱਚੇ ਇਫੈਕਟਿਵ ਵੇ ਨਾਲ ਸਿੱਖਣਾ ਸ਼ੁਰੂ ਕਰ ਦਿੰਦੇ ਨੇ। ਠੀਕ ਹੈ, ਜਿਹੜੇ ਬੱਚੇ ਭਾਸ਼ਾ ਨੂੰ ਨਹੀਂ ਸਿੱਖ ਪਾਉਂਦੇ ਜਾਂ ਡਿਫਿਕਲਟ ਲੱਗਦੀ ਆ ਉਹਨਾਂ ਨੂੰ, ਤਾਂ ਜਦੋਂ ਉਹਨਾਂ ਨੂੰ ਐਕਟੀਵਿਟੀਜ਼ ਨਾਲ ਜਾਂ ਹੋਰ ਬਹੁਤ ਸਾਰੇ ਇੰਟਰਸਟਿੰਗ ਮੈਥਡ ਨਾਲ ਸਿਖਾਇਆ ਜਾਂਦਾ ਤਾਂ ਉਹ ਇਫੈਕਟਿਵ ਬਣ ਜਾਂਦੀ ਹੈ, ਇੰਟਰਸਟਿੰਗ ਬਣ ਜਾਂਦੀ ਹੈ। ਬਾਲਕਾਂ ਨੂੰ ਵੱਧ ਤੋਂ ਵੱਧ ਕਿਰਿਆਸ਼ੀਲ ਬਣਾਉਣਾ। ਠੀਕ ਹੈ, ਤਾਂ ਬਿਲਕੁਲ ਜਦੋਂ ਨਿਦਾਨਾਤਮਕ ਜਾਂ ਉਪਚਾਰਿਕ ਸਿੱਖਿਆ ਦਾ ਮਤਲਬ ਹੁੰਦਾ ਕਿ ਇਸ ਤਰੀਕੇ ਨਾਲ ਬੱਚਿਆਂ ਨੂੰ ਸਿਖਾਉਣਾ ਕਿ ਬੱਚੇ ਖੁਦ ਵੀ ਉਸ ਦੇ ਵਿੱਚ ਪ੍ਰੋਪਰ ਪਾਰਟੀਸਪੇਟ ਕਰਨ। ਫੋਰ ਐਗਜ਼ਾਮਪਲ ਆਪਾਂ ਇੱਕ ਐਗਜ਼ਾਮਪਲ ਲੈ ਸਕਦੇ ਹਾਂ ਕਿ ਅਗਰ ਕਿਸੇ ਬੱਚੇ ਨੂੰ ਕੌਨਫੀਡੈਂਸ ਦੀ ਪ੍ਰੋਬਲਮ ਹੈ ਤਾਂ ਡਿਬੇਟ ਕਰਵਾਉਣੀ। ਠੀਕ ਹੈ, ਸੁਣਨ ਦੀ ਪ੍ਰੋਬਲਮ ਹੈ ਤਾਂ ਬਹੁਤ ਸਾਰੇ ਆਪਾਂ ਕਹਿ ਸਕਦੇ ਟੀਚਿੰਗ ਏਡਸ ਦਾ ਯੂਜ਼ ਕਰਨਾ, ਜਿਵੇਂ ਗ੍ਰਾਮੋਫੋਨ ਹੋ ਗਿਆ ਜਾਂ ਲਿੰਗੋਫੋਨ ਹੋ ਗਿਆ, ਇੱਦਾਂ ਦਾ। ਠੀਕ ਹੈ, ਤਾਂ ਬਿਲਕੁਲ ਇਸ ਤਰੀਕੇ ਨਾਲ ਐਕਟੀਵਿਟੀਜ਼ ਦੇ ਨਾਲ ਆਪਾਂ ਕਹਿ ਸਕਦੇ ਕਿਰਿਆਸ਼ੀਲ ਉਹਨਾਂ ਨੂੰ ਬਣਾਉਣਾ, ਐਕਟੀਵਿਟੀਜ਼ ਕਰਕੇ ਤਾਂ ਕਰਵਾ ਕੇ। ਸ਼ਖਸੀਅਤ ਦਾ ਵਿਕਾਸ ਕਰਨਾ, ਉਹਨਾਂ ਦੀ ਸ਼ਖਸੀਅਤ ਦਾ ਵਿਕਾਸ ਹੁੰਦਾ ਹੈ। ਠੀਕ ਹੈ, ਕਿਉਂਕਿ ਮਦਰ ਟੰਗ ਜਾਂ ਫਿਰ ਭਾਸ਼ਾ ਬਹੁਤ ਜ਼ਰੂਰੀ ਹੈ ਆਪਣੀ ਸ਼ਖਸੀਅਤ ਦਾ ਵਿਕਾਸ ਕਰਨ ਲਈ। ਤਾਂ ਕਠਿਨਾਈਆਂ, ਜਿਵੇਂ ਕਿ ਅਗਰ ਆਪਾਂ ਗੱਲ ਕਰੀਏ ਬਹੁਤ ਸਾਰੀਆਂ ਇੱਦਾਂ ਦੀਆਂ ਪ੍ਰੋਬਲਮਸ ਨੇ। ਹੁਣ ਜਿਵੇਂ ਮਾਨਸਿਕ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸ਼ਾਈ ਨੇਚਰ ਦੇ ਹੁੰਦੇ ਨੇ ਜਾਂ ਈਗੋਸੈਂਟਰਿਕ ਹੁੰਦੇ ਨੇ। ਠੀਕ ਹੈ, ਜਾਂ ਡਰੇ ਹੋਏ ਹੁੰਦੇ ਨੇ। ਸੰਵੇਗਾਤਮਕ ਹੋ ਗਿਆ, ਸਮਾਜਿਕ ਹੋ ਗਿਆ, ਸਰੀਰਕ ਹੋ ਗਿਆ। ਇੱਦਾਂ ਦੀ ਕੋਈ ਵੀ ਜੋ ਵੀ ਪ੍ਰੋਬਲਮ ਹੈ, ਜੋ ਵੀ ਕਠਿਨਾਈਆਂ, ਹੁਣ ਸਰੀਰਕ ਹਕਲਾਉਂਦਾ ਹੈ ਜਾਂ ਤੁਤਲਾਉਂਦਾ ਹੈ, ਸਮਾਜਿਕ ਸੁਸਾਇਟੀ ਦੇ ਅੰਡਰ। ਠੀਕ ਹੈ, ਡਰ ਹੈ ਜਾਂ ਕੁਛ ਵੀ ਇੱਦਾਂ ਦੀ ਜੋ ਵੀ ਪ੍ਰੋਬਲਮ ਹੁੰਦੀ ਹੈ। ਸਮਾਜਿਕ ਮੀਨ ਟੂ ਸੇ ਕਈ ਵਾਰੀ ਹੁੰਦਾ ਕਿ ਜਿਨ੍ਹਾਂ ਨੂੰ ਉਹ ਦੇਖ ਕੇ ਬੋਲਣਾ ਸਿੱਖਦਾ ਹੈ ਉਹੀ ਗਲਤ ਪ੍ਰਨਾਊਂਸ ਕਰ ਰਹੇ ਹਨ। ਠੀਕ ਹੈ, ਤਾਂ ਇਹਨਾਂ ਕਮੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ, ਕਠਿਨਾਈਆਂ ਨੂੰ ਇਹਨਾਂ ਨੂੰ ਦੂਰ ਕੀਤਾ ਜਾ ਸਕਦਾ ਹੈ ਕਿਹਦੀ ਮਦਦ ਨਾਲ? ਜਦੋਂ ਇੱਕ ਸਪੈਸ਼ਲ ਐਜੂਕੇਸ਼ਨ, ਇੱਕ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਸਪੈਸ਼ਲ ਐਜੂਕੇਸ਼ਨ ਵੀ ਬੋਲ ਸਕਦੇ ਹੋ, ਤਾਂ ਜਦੋਂ ਉਹਨਾਂ ਨੂੰ ਸਪੈਸ਼ਲ ਐਜੂਕੇਸ਼ਨ ਪ੍ਰੋਵਾਈਡ ਕਰਵਾਈ ਜਾਂਦੀ ਹੈ। ਅੱਗੇ ਅਗਰ ਆਪਾਂ ਗੱਲ ਕਰੀਏ ਅਸਲੀ ਪ੍ਰਤਿਭਾ ਨੂੰ ਪਹਿਚਾਣ ਕੇ ਉਸਦਾ ਵਿਕਾਸ ਕਰਨਾ, ਜਦੋਂ ਬੱਚਾ ਸਹੀ ਤਰੀਕੇ ਨਾਲ ਆਪਣੀ ਉਸ ਦੇ ਉੱਪਰ ਸਪੈਸ਼ਲ ਫੋਕਸ ਕੀਤਾ ਜਾਂਦਾ ਹੈ। ਅਗਰ ਆਪਾਂ ਗੱਲ ਕਰੀਏ, ਆਪਾਂ ਨੇ ਪਹਿਲਾਂ ਉਸਦਾ ਵੀਕ ਪੁਆਇੰਟ ਪਕੜਿਆ, ਵੀਕ ਪੁਆਇੰਟ ਤੋਂ ਬਾਅਦ ਉਸ ਦੇ ਉੱਪਰ ਥੋੜ੍ਹਾ ਜਿਹਾ ਆਪਾਂ ਕਹੀਏ ਕਿ ਜ਼ਿਆਦਾ ਪ੍ਰੋਪਰ ਵੇ ਨਾਲ, ਜ਼ਿਆਦਾ ਇੰਟਰਸਟਿੰਗ ਵੇ ਨਾਲ ਉਸਨੂੰ ਸਿਖਾਉਣਾ ਸ਼ੁਰੂ ਕੀਤਾ। ਠੀਕ ਹੈ, ਤਾਂ ਉੱਥੇ ਕੀ ਹੁੰਦਾ, ਬੱਚੇ ਨੂੰ ਖੁਦ ਨੂੰ ਵੀ ਪਤਾ ਲੱਗ ਜਾਂਦਾ ਕਿ ਹਾਂਜੀ ਮੇਰੇ 'ਚ ਇਹ ਕੁਆਲਿਟੀ ਹੈ ਔਰ ਇਹ ਡਿਸਕੁਆਲਿਟੀ। ਮਤਲਬ ਆਪਣੀ ਪ੍ਰਤਿਭਾ ਨੂੰ ਪਹਿਚਾਣ ਕੇ ਉਸ ਦਾ ਵਿਕਾਸ ਕਰਨ ਦੇ ਵਿੱਚ ਬੱਚਾ ਖੁਦ ਵੀ ਇੰਟਰਸਟ ਲੈਣਾ ਸ਼ੁਰੂ ਕਰ ਦਿੰਦਾ ਹੈ। ਠੀਕ ਹੈ, ਤਾਂ ਬਹੁਤ ਇੰਪੋਰਟੈਂਟ ਪੁਆਇੰਟ ਹੋ ਜਾਂਦਾ ਇਹ ਵੀ। ਨੈਕਸਟ ਅਗਰ ਆਪਾਂ ਗੱਲ ਕਰੀਏ ਦੋਸ਼ ਅਤੇ ਅਸ਼ੁੱਧੀਆਂ ਪ੍ਰਤੀ ਸੁਚੇਤ ਹੋਣਾ। ਜਿਵੇਂ ਉਸਨੂੰ ਆਪਣੀ ਕੁਆਲਿਟੀਜ਼ ਦਾ ਪਤਾ ਲੱਗਦਾ ਹੈ, ਆਪਣੀ ਪ੍ਰਤਿਭਾ ਦਾ ਪਤਾ ਲੱਗਦਾ ਹੈ, ਉਵੇਂ ਉਸਨੂੰ ਆਪਣੀ ਡਿਸਕੁਆਲਿਟੀਜ਼ ਦਾ ਵੀ ਪਤਾ ਲੱਗਦਾ ਹੈ ਅਤੇ ਉਸਦੇ ਪ੍ਰਤੀ ਉਹ ਸੁਚੇਤ ਵੀ ਹੋ ਜਾਂਦਾ ਹੈ। ਹਾਂਜੀ, ਜਿਵੇਂ ਫੋਰ ਐਗਜ਼ਾਮਪਲ ਕਿ ਮੈਂ ਇਹ ਵਰਡ ਗਲਤ ਬੋਲਦਾ ਹਾਂ, ਤਾਂ ਅੱਗੇ ਜਦੋਂ ਵੀ ਉਹ ਵਰਡ ਬੋਲੇਗਾ ਉਹ ਥੋੜ੍ਹਾ ਧਿਆਨ ਨਾਲ ਬੋਲੇਗਾ ਕਿ ਮੈਨੇ ਇਸ ਨੂੰ ਕਿਸ ਤਰੀਕੇ ਨਾਲ ਪ੍ਰਨਾਊਂਸ ਕਰਨਾ ਹੈ। ਠੀਕ ਹੈ, ਤਾਂ ਬਿਲਕੁਲ ਇਹ ਕੁਛ ਐਗਜ਼ਾਮਪਲ ਸੀਗੀ ਜਸਟ ਕਿ ਕੁਆਲਿਟੀਜ਼ ਅਤੇ ਡਿਸਕੁਆਲਿਟੀਜ਼ ਦੋਨਾਂ ਬਾਰੇ ਉਸਨੂੰ ਪਤਾ ਲੱਗ ਜਾਂਦਾ ਜਦੋਂ ਉਸਨੂੰ ਇੱਕ ਸਪੈਸ਼ਲ ਜੀ ਆਪਾਂ ਕਹੀਏ ਕਿ ਪ੍ਰੋਪਰ ਵੇ ਨਾਲ, ਅੱਛੇ ਵੇ ਨਾਲ ਇੱਕ ਲਰਨਿੰਗ ਜੋ ਉਸਦੀ ਕਮੀਆਂ ਨੂੰ ਧਿਆਨ ਵਿੱਚ ਰੱਖ ਕੇ ਕਰਵਾਈ ਜਾਂਦੀ ਹੈ। ਠੀਕ ਹੈ, ਇਹ ਸੀਗੇ ਬਹੁਤ ਇੰਪੋਰਟੈਂਟ ਪੁਆਇੰਟ। ਮਤਲਬ ਆਪਾਂ ਕਹਿ ਸਕਦੇ ਹਾਂ ਕਿ ਉਪਚਾਰਿਕ ਸਿੱਖਿਆ ਦੇ ਕੀ ਉਦੇਸ਼ ਨੇ, ਕਿੰਨਾ ਕਰਕੇ ਉਪਚਾਰਿਕ ਸਿੱਖਿਆ ਜਾਂ ਨਿਦਾਨਾਤਮਕ ਸਿੱਖਿਆ ਜ਼ਰੂਰੀ ਹੋ ਜਾਂਦੀ ਹੈ। ਅੱਗੇ ਅਗਰ ਆਪਾਂ ਗੱਲ ਕਰੀਏ ਉਪਚਾਰਿਕ ਸਿੱਖਿਆ ਦੀਆਂ ਵਿਧੀਆਂ ਕਿਹੜੀਆਂ ਨੇ, ਹੁਣ ਜਿਵੇਂ ਕਿ ਮੈਥਡਸ ਨੇ, ਕਿਹੜੀ ਵਿਧੀਆਂ ਨਾਲ ਆਪਾਂ ਕਹਿ ਸਕਦੇ ਹਾਂ ਕਿ ਬੱਚਾ ਲਰਨਿੰਗ ਕਰਦਾ ਹੈ। ਠੀਕ ਹੈ, ਬੱਚੇ ਨੂੰ ਸਿਖਾਇਆ ਜਾਂਦਾ ਹੈ। ਤਾਂ ਸਭ ਤੋਂ ਪਹਿਲਾਂ ਤਾਂ ਆ ਜਾਂਦਾ ਸਮੂਹਿਕ ਮਤਲਬ ਹੋ ਸਕਦਾ ਹੈ ਕਿ ਤੁਹਾਡੀ ਕਲਾਸ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ, ਤੁਹਾਡੀ ਜਿਨ੍ਹਾਂ ਨੂੰ ਵੀ ਤੁਸੀਂ ਸਿਖਾ ਰਹੇ ਹੋ ਘੱਟੋ ਘੱਟ 6 ਤੋਂ 7 ਜਾਂ ਫਿਰ ਵੱਧ ਬੱਚੇ ਨੇ, ਇੱਕ ਗਰੁੱਪ ਦੀ ਤਰ੍ਹਾਂ ਨੇ। ਠੀਕ ਹੈ, ਇੱਕ ਗਰੁੱਪ ਹੈ ਜਿਹਦੇ ਵਿੱਚ ਬੱਚੇ ਨੂੰ ਆਪਾਂ ਤੁਸੀਂ ਦੇਖ ਪਾ ਰਹੇ ਹੋ ਬੋਲਣ ਦੇ ਵਿੱਚ ਕਿੰਨੇ ਬੱਚਿਆਂ ਨੂੰ ਪ੍ਰੋਬਲਮ ਹੈ, ਇੱਕ ਸਮੂਹ ਦੇ ਵਿੱਚ ਆ ਜਾਂਦੇ ਨੇ ਉਹ। ਸਮੂਹਿਕ ਮੀਨ ਟੂ ਸੇ ਜਦੋਂ ਸਿਰਫ ਇੱਕ ਦੀ ਨਹੀਂ, ਇੱਥੇ ਇੱਕ ਤੋਂ ਜ਼ਿਆਦਾ ਦੀ ਗੱਲ ਕੀਤੀ ਜਾ ਰਹੀ ਹੈ। ਠੀਕ ਹੈ, ਇੱਕ ਦੀ ਗੱਲ ਨਹੀਂ ਕੀਤੀ ਜਾ ਰਹੀ, ਇੱਕ ਤੋਂ ਜ਼ਿਆਦਾ 2 ਵੀ ਹੋ ਸਕਦੇ ਨੇ, 4 ਵੀ ਹੋ ਸਕਦੇ ਨੇ, 10 ਵੀ ਹੋ ਸਕਦੇ ਨੇ। ਠੀਕ ਹੈ, ਅਤੇ ਇੱਕ ਸਮੂਹ ਦੇ ਵਿੱਚ ਜਦੋਂ ਤੁਸੀਂ ਦੇਖ ਰਹੇ ਹੋ, ਸਮੂਹਿਕ ਰੂਪ ਵਿੱਚ ਉਹਨਾਂ ਨੂੰ ਕੀ ਦੇ ਰਹੇ ਹੋ, ਸਿੱਖਿਆ ਦੇ ਰਹੇ ਹੋ। ਠੀਕ ਹੈ, ਸਮੂਹਿਕ ਮਤਲਬ ਇੱਕ ਬੱਚੇ ਦੇ ਗਰੁੱਪ ਨੂੰ। ਤਾਂ ਅੱਗੇ ਅਗਰ ਆਪਾਂ ਗੱਲ ਕਰੀਏ ਸਮੂਹਿਕ ਰੂਪ ਵਿੱਚ ਜੋ ਵੀ ਹੁੰਦੀਆਂ ਨੇ ਗਲਤੀਆਂ, ਜਿਵੇਂ ਬੋਲਣ ਦੇ ਵਿੱਚ, ਲਿਖਣ ਦੇ ਵਿੱਚ, ਸੁਣਨ ਦੇ ਵਿੱਚ, ਵਿਆਕਰਨ ਦੇ ਵਿੱਚ, ਉਹਨਾਂ ਸਾਰਿਆਂ ਨੂੰ ਕਿਸ ਤਰੀਕੇ ਨਾਲ ਤੁਸੀਂ ਦੂਰ ਕਰ ਸਕਦੇ ਹੋ? ਬਲੈਕ ਬੋਰਡ ਦਾ ਯੂਜ਼ ਕਰਕੇ। ਠੀਕ ਹੈ, ਹੁਣ ਫੋਰ ਐਗਜ਼ਾਮਪਲ ਤੁਸੀਂ ਡਿਕਟੇਸ਼ਨ ਬੱਚੇ ਨੂੰ ਬੋਲ ਰਹੇ ਹੋ, ਤੁਸੀਂ ਦੇਖਿਆ ਕਿ ਘੱਟੋ ਘੱਟ 10 ਬੱਚੇ ਇੱਦਾਂ ਦੇ ਨੇ ਜਿਨ੍ਹਾਂ ਨੇ ਵਰਡਸ ਬਹੁਤ ਤਰੀਕੇ, ਮਤਲਬ ਆਪ ਕਹਿ ਸਕਦੇ ਗਲਤੀਆਂ ਕੀਤੀਆਂ ਨੇ ਸੇਮ ਤਰੀਕੇ ਦੀਆਂ ਆਪਸ ਦੇ ਵਿੱਚ। ਠੀਕ ਹੈ, ਤਾਂ ਤੁਸੀਂ ਉੱਥੇ ਕੀ ਕਰੋਗੇ, ਉਹਨਾਂ 10 ਬੱਚਿਆਂ ਨੂੰ ਸਪੈਸ਼ਲ ਤਰੀਕੇ ਨਾਲ ਕਿਸ ਤਰੀਕੇ ਨਾਲ ਸਮਝਾਓਗੇ? ਬਲੈਕ ਬੋਰਡ 'ਤੇ ਉਹਨਾਂ ਹੀ ਵਰਡਸ ਨੂੰ ਲਿਖ ਕੇ ਐਕਸਪਲੇਨ ਕਰਦੇ ਹੋਏ ਪ੍ਰੋਪਰਲੀ। ਤਾਂ ਬਿਲਕੁਲ ਬਲੈਕ ਬੋਰਡ 'ਤੇ ਨੋਟ ਕਰਕੇ ਉਹਨਾਂ ਦਾ ਜਿਹੜਾ ਸ਼ੁੱਧੀਕਰਨ ਹੈ ਉਹ ਕੀਤਾ ਜਾ ਸਕਦਾ ਹੈ, ਅਭਿਆਸ ਉਹਨਾਂ ਨੂੰ ਚੰਗੀ ਤਰੀਕੇ ਨਾਲ ਕਰਵਾਇਆ ਜਾ ਸਕਦਾ ਹੈ। ਜ਼ਰੂਰੀ ਨਹੀਂ ਬਲੈਕ ਬੋਰਡ, ਹੋਰ ਵੀ ਅਗਰ ਤੁਹਾਨੂੰ ਇੱਦਾਂ ਦਾ ਲੱਗਦਾ ਹੈ ਕਿ ਹੋਰ ਕਿਸੇ ਵੇ ਨਾਲ ਕਰਵਾਇਆ। ਇੱਥੇ ਗੱਲ ਹੋ ਰਹੀ ਹੈ ਸਮੂਹ ਦੀ, ਸਿਰਫ ਗਰੁੱਪ ਦੀ। ਠੀਕ ਹੈ, ਨੈਕਸਟ ਅਗਰ ਆਪਾਂ ਗੱਲ ਕਰੀਏ, ਅੱਗੇ ਆ ਜਾਂਦਾ ਵਿਅਕਤੀਗਤ ਉਪਚਾਰ। ਹੁਣ ਵਿਅਕਤੀਗਤ ਉਪਚਾਰ ਦਾ ਕੀ ਮਤਲਬ ਹੈ? ਵਿਅਕਤੀਗਤ ਉਪਚਾਰ ਦਾ ਮਤਲਬ ਹੋ ਜਾਂਦਾ, ਇੱਥੇ ਦੇਖੋ ਗੱਲ ਕਰ ਰਹੇ ਸੀ ਆਪਾਂ ਇੱਕ ਗਰੁੱਪ ਦੇ ਵਿੱਚ ਬੱਚੇ ਨੇ। ਠੀਕ ਹੈ, 6-7 ਬੱਚੇ ਹੋ ਸਕਦੇ ਨੇ, 8-9 ਬੱਚੇ ਹੋ ਸਕਦੇ ਨੇ। ਵਿਅਕਤੀਗਤ ਉਪਚਾਰ ਦਾ ਮਤਲਬ ਹੋ ਜਾਂਦਾ ਸਿਰਫ ਇੱਕ ਪਰਟੀਕੂਲਰ ਸਟੂਡੈਂਟ ਦੇ ਉੱਪਰ ਤੁਸੀਂ ਜ਼ਿਆਦਾ ਫੋਕਸ ਕਰ ਰਹੇ ਹੋ। ਠੀਕ ਹੈ, ਇੱਕ ਬੱਚੇ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ। ਜੋ ਤੁਸੀਂ ਇੱਕ ਕਲਾਸ ਦੇ ਵਿੱਚ ਟੀਚ ਕਰਦੇ ਹੋ, ਤੁਹਾਡੇ ਲਈ ਕੀ ਹੋ ਜਾਂਦਾ, ਪੂਰੇ ਦੀ ਪੂਰੀ ਇਹ ਡਿਊਟੀ ਹੋ ਜਾਂਦੀ ਹੈ ਕਿ ਤੁਸੀਂ ਇਕੱਲੇ ਬੱਚੇ ਨੂੰ ਧਿਆਨ ਵਿੱਚ ਰੱਖੋ, ਉਸ ਇਕੱਲੇ ਬੱਚੇ ਦੇ ਅਕੋਰਡਿੰਗ ਤੁਸੀਂ ਉਹਨਾਂ ਦੀ ਜੋ ਲਰਨਿੰਗ ਹੈ ਉਹ ਕਰਵਾਓ।
ਠੀਕ ਹੈ। ਤਾਂ ਬਿਲਕੁਲ ਵਿਅਕਤੀਗਤ ਮਤਲਬ ਬਿਲਕੁਲ ਹੀ ਇੰਡੀਵਿਜੂਅਲੀ ਤੌਰ 'ਤੇ ਹਰ ਇੱਕ ਬੱਚੇ ਨੂੰ, ਫੋਰ ਐਗਜ਼ਾਮਪਲ ਕਿਸੇ ਵੀ ਬੱਚੇ ਦੀ ਕੋਈ ਬੋਲਣ ਦੀ ਹੈ, ਅਗਰ ਕਿਸੇ ਬੱਚੇ ਨੂੰ ਸੁਣਨ ਦੇ ਵਿੱਚ ਪ੍ਰੋਬਲਮ ਹੈ ਤਾਂ ਹਰ ਇੱਕ ਬੱਚੇ ਦੀ ਪ੍ਰੋਬਲਮ ਨੂੰ ਧਿਆਨ ਵਿੱਚ ਰੱਖ ਕੇ ਉਹਨਾਂ ਦਾ ਵਿਕਾਸ ਕੀਤਾ ਜਾਵੇ। ਨੈਕਸਟ ਅਗਰ ਆਪਾਂ ਗੱਲ ਕਰੀਏ ਨਵੀਨ ਵਿਧੀਆਂ, ਨਵੀਆਂ ਵਿਧੀਆਂ ਵੀ ਜਿਸ ਨੂੰ ਬੋਲ ਦਿੰਦੇ ਹਾਂ, ਠੀਕ ਹੈ। ਹੁਣ ਅੱਜ ਕੱਲ੍ਹ ਕਿਹੜੀ ਆਪਾਂ ਵਿਧੀਆਂ ਦੇਖ ਪਾ ਰਹੇ ਹਾਂ ਕਿ ਜਿਹੜੀਆਂ ਟੀਚਿੰਗ ਏਡਸ ਨੇ, ਠੀਕ ਹੈ, ਜਿਹਨੂੰ ਆਪਾਂ ਪੰਜਾਬੀ 'ਚ ਅਧਿਆਪਕ ਸਿੱਖਣ ਸਮੱਗਰੀ ਵੀ ਬੋਲਦੇ ਹਾਂ, ਠੀਕ ਹੈ, ਉਹਨਾਂ ਦਾ ਯੂਜ਼ ਕੀਤਾ ਜਾਂਦਾ ਹੈ। ਅਤੇ ਉਹ ਕਿਸ ਤਰੀਕੇ ਨਾਲ ਹੁਣ ਅਲੱਗ-ਅਲੱਗ ਹੁੰਦੀਆਂ ਨੇ, ਠੀਕ ਹੈ, ਜਿਵੇਂ ਲਿੰਗਾਫੋਨ ਹੋ ਗਿਆ, ਗ੍ਰਾਮੋਫੋਨ ਹੋ ਗਿਆ, ਕੰਪਿਊਟਰ ਹੋ ਗਿਆ, LCD ਹੋ ਗਈ, ਪ੍ਰੈਜੈਂਟੇਸ਼ਨ ਹੋ ਗਈ, ਸਲਾਈਡਸ ਨਾਲ ਆਪਾਂ ਬੱਚਿਆਂ ਨੂੰ ਇਹ ਪਿਕਚਰਸ ਤੋਂ ਸਿਖਾਉਣਾ, ਮੋਡਲ ਤੋਂ ਸਿਖਾਉਣਾ, ਤਾਂ ਇਹਦਾ ਬਹੁਤ ਸਾਰੇ ਤਰੀਕੇ ਨਾਲ ਆਪਾਂ ਕੀ ਕਰ ਸਕਦੇ ਹਾਂ, ਸਿਖਾ ਸਕਦੇ ਹਾਂ, ਠੀਕ ਹੈ ਜੀ। ਤਾਂ ਨੈਕਸਟ ਅਗਰ ਆਪਾਂ ਗੱਲ ਕਰੀਏ ਹੋਰ ਕਿਹੜੀਆਂ ਵਿਧੀਆਂ ਆ ਜਾਂਦੀਆਂ ਨੇ ਇਹਦੇ ਵਿੱਚ, ਉਹ ਦੇਖ ਲੈਂਦੇ ਹਾਂ। ਇਸ ਤੋਂ ਇਲਾਵਾ ਹੋਰ ਵਿਧੀਆਂ ਆ ਜਾਂਦੀਆਂ ਨੇ ਮਾਸਟਰ ਸਿੱਖਣ ਵਿਧੀ, ਠੀਕ ਹੈ ਜੀ। ਹਾਂਜੀ, ਦੇਖਦੇ ਹਾਂ ਫਿਰ ਹੋਰ ਕਿਹੜੀਆਂ ਵਿਧੀਆਂ ਨੇ ਜਿਨ੍ਹਾਂ ਨੂੰ ਯੂਜ਼ ਕਰਕੇ ਸਹੀ ਤਰੀਕੇ ਨਾਲ ਉਪਚਾਰਿਕ ਜਾਂ ਨਿਦਾਨਾਤਮਕ ਸਿੱਖਿਆ ਹੈ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਵਧੀਆ ਤਰੀਕੇ ਨਾਲ ਯੂਜ਼ ਕੀਤੀ ਜਾ ਸਕਦੀ ਹੈ। ਹੋਰ ਕਿਹੜੇ ਮੈਥਡ ਇਹਦੇ ਵਿੱਚ ਯੂਜ਼ ਕੀਤੇ ਜਾਂਦੇ ਨੇ। ਮਾਸਟਰ ਸਿੱਖਣ ਵਿਧੀ, ਅਨੁਵਰਕ ਅਧਿਆਪਨ, ਠੀਕ ਹੈ, ਇਸ ਜਿਹੜੇ ਆਪਾਂ ਦੇਖ ਪਾ ਰਹੇ ਹਾਂ 6 ਮੈਥਡ, ਤੇ ਦੇਖਦੇ ਇਹਨਾਂ ਨੂੰ ਸਮਝਦੇ ਹਾਂ ਇਕੱਲੇ ਨੂੰ। ਅਭਿਕ੍ਰਮਿਤ ਅਨੁਸਾਧਨ ਕਿਹੜਾ ਹੁੰਦਾ, ਦੇਖੋ ਇਹ ਜੋ ਇਕੱਲਾ ਆਪਾਂ ਕਹਿ ਸਕਦੇ ਕਿ ਬਹੁਤ ਹੀ ਇੰਪੋਰਟੈਂਟ ਹੈ, ਤੁਸੀਂ ਤੇ ਸਟਾਰ ਵੀ ਲਗਾ ਸਕਦੇ ਹੋ। ਅਭਿਕ੍ਰਮਿਤ ਦਾ ਮਤਲਬ ਹੁੰਦਾ ਜਦੋਂ ਬੱਚੇ ਆਪਣੀਆਂ ਸਮੱਸਿਆਵਾਂ ਦਾ ਹੱਲ ਖੁਦ ਕਰਦੇ ਨੇ, ਠੀਕ ਹੈ, ਆਪਣੀਆਂ ਸਮੱਸਿਆਵਾਂ ਨੂੰ ਖੁਦ ਸੋਲਵ ਕਰਦੇ ਨੇ, ਉਸਨੂੰ ਆਪਾਂ ਕੀ ਬੋਲਦੇ ਹਾਂ, ਅਭਿਕ੍ਰਮਿਤ ਬੋਲਦੇ ਹਾਂ। ਇੰਨਾ ਕੁ ਜ਼ਿਆਦਾ ਇੰਪੋਰਟੈਂਟ ਹੈ ਇਹ ਕਿ ਉਪਚਾਰਿਕ ਸਿੱਖਿਆ ਦੇ ਵਿੱਚ ਜਦੋਂ ਬੱਚੇ ਆਪਣੀਆਂ ਪ੍ਰੋਬਲਮਸ ਨੂੰ ਖੁਦ ਸਮਝਣ ਦੀ ਅਤੇ ਖੁਦ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਦੀ ਕਮੀਆਂ ਕਿਤੇ ਨਾ ਕਿਤੇ ਕਾਫੀ ਜਲਦੀ ਦੂਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਠੀਕ ਹੈ। ਤਾਂ ਕਾਫੀ ਇੰਪੋਰਟੈਂਟ ਹੈ ਇਹ ਪੁਆਇੰਟ, ਤੁਸੀਂ ਇਸ ਨੂੰ ਮਾਈਂਡ ਦੇ ਵਿੱਚ ਰੱਖਿਓ। ਕਿਰਿਆਤਮਕ ਅਨੁਸੰਧਨ ਦੇ ਵਿੱਚ ਆ ਜਾਂਦਾ ਕਿ ਐਕਟੀਵਿਟੀਜ਼ ਨਾਲ ਬੱਚਿਆਂ ਨੂੰ ਸਿਖਾਉਣਾ, ਠੀਕ ਹੈ, ਬਹੁਤ ਸਾਰੇ ਐਕਟੀਵਿਟੀਜ਼ ਨਾਲ ਬੱਚੇ ਜਦੋਂ ਸਿੱਖਦੇ ਨੇ ਉਹ ਕਿਰਿਆਤਮਕ ਦੇ ਵਿੱਚ ਆਉਂਦਾ ਹੈ, ਠੀਕ ਹੈ ਜੀ। ਪ੍ਰੋਗਰਾਮ, ਕਾਫੀ ਤਰੀਕੇ ਦੇ ਪ੍ਰੋਗਰਾਮ ਨੂੰ ਔਰਗਨਾਈਜ਼ ਕਰਨਾ, ਟੀਚਿੰਗ ਏਡਸ ਨੂੰ ਯੂਜ਼ ਕਰਨਾ, ਠੀਕ ਹੈ ਜੀ। ਨਿਗਰਾਨੀ, ਪ੍ਰੋਪਰ ਧਿਆਨ ਹੋਣਾ ਚਾਹੀਦਾ ਬੱਚਿਆਂ ਦੇ ਉੱਪਰ। ਆਪਾਂ ਕਹਿ ਸਕਦੇ ਕਿ ਜੋ ਤੁਸੀਂ ਲਰਨਿੰਗ ਕਰਵਾ ਰਹੇ ਹੋ, ਠੀਕ ਹੈ। ਤਾਂ ਉਪਚਾਰਿਕ ਸਿੱਖਿਆ ਦਾ ਕੀ ਮਤਲਬ ਹੈ ਕਿ ਅਗਰ ਆਪਾਂ ਬੱਚਿਆਂ ਦੀ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਇਹ ਤਾਂ ਹੀ ਪੋਸੀਬਲ ਹੈ ਨਾ ਅਗਰ ਆਪਾਂ ਬੱਚਿਆਂ ਦੇ ਉੱਪਰ ਪ੍ਰੋਪਰਲੀ ਫੋਕਸ ਕਰ ਰਹੇ ਹਾਂ। ਫੋਕਸ ਮੀਨ ਟੂ ਸੇ ਕਿ ਪ੍ਰੋਪਰਲੀ ਉਹਨਾਂ ਉੱਪਰ ਆਪਾਂ ਨੂੰ ਕੀ ਹੋਣਾ ਚਾਹੀਦਾ ਹੈ, ਧਿਆਨ ਹੋਣਾ ਚਾਹੀਦਾ ਹੈ, ਠੀਕ ਹੈ ਜੀ। ਇਸੇ ਤਰੀਕੇ ਨਾਲ ਅਨੁਵਰਕ ਆ ਜਾਂਦਾ ਹੈ, ਠੀਕ ਹੈ, ਮਤਲਬ ਬੱਚੇ ਕਿਹਨੂੰ ਫੋਲੋ ਕਰਦੇ ਨੇ। ਅਨੁਵਰਕ ਦੇ ਵਿੱਚ ਆਪਾਂ ਬੋਲ ਸਕਦੇ ਹਾਂ ਕਿ ਫੋਲੋ ਕਰਨਾ, ਠੀਕ ਹੈ। ਫੋਲੋ ਮਤਲਬ ਆਪਾਂ ਕਹਿੰਦੇ ਨੇ ਕਿ ਬੱਚੇ ਕਿਹਨੂੰ ਫੋਲੋ ਕਰਦੇ ਨੇ, ਆਪਣੇ ਟੀਚਰ ਨੂੰ ਫੋਲੋ ਕਰਦੇ ਨੇ। ਤਾਂ ਬਿਲਕੁਲ ਆਪਣਾ ਵੀ ਬਿਲਕੁਲ ਉਸੇ ਤਰੀਕੇ ਨਾਲ ਅਗਰ ਆਪਾਂ ਕਹੀਏ ਕਿ ਫੋਰ ਐਗਜ਼ਾਮਪਲ ਅਗਰ ਭਾਸ਼ਾ ਬੋਲਣੀ ਸਿੱਖ ਰਹੇ ਨੇ ਬੱਚੇ ਤਾਂ ਉਹ ਕਿਹਨੂੰ ਫੋਲੋ ਕਰਦੇ ਨੇ, ਆਪਣੇ ਟੀਚਰ ਨੂੰ ਫੋਲੋ ਕਰਦੇ ਨੇ, ਠੀਕ ਹੈ ਜੀ। ਉਹ ਸਾਰੀਆਂ ਗੱਲਾਂ ਇਹਦੇ ਵਿੱਚ ਆ ਜਾਂਦੀਆਂ ਨੇ ਬਿਲਕੁਲ ਉਸੇ ਤਰੀਕੇ ਨਾਲ ਮਾਸਟਰ ਸਿੱਖਣ ਵਿਧੀ। ਤਾਂ ਇਹ ਜੋ 6 ਦੇ 6 ਸਹੀ ਆਪਾਂ ਕਹੀਏ ਕਿ ਹੋਰ ਵਿਧੀਆਂ ਨੇ ਜੋ ਯੂਜ਼ ਕੀਤੀਆਂ ਜਾਂਦੀਆਂ ਨੇ, ਜਿਹਦੇ ਵਿੱਚ ਸਭ ਤੋਂ ਵੱਧ ਇੰਪੋਰਟੈਂਟ ਕਿਹੜੀ ਹੈ, ਅਭਿਕ੍ਰਮਿਤ ਅਨੁਸਾਧਨ, ਠੀਕ ਹੈ। ਤਾਂ ਉਮੀਦ ਹੈ ਕਲੀਅਰ ਹੋ ਗਿਆ ਹੋਏਗਾ। ਨੈਕਸਟ ਅਗਰ ਆਪਾਂ ਗੱਲ ਕਰੀਏ ਉਪਚਾਰਿਕ ਸਿੱਖਿਆ ਬਾਰੇ, ਉਪਚਾਰਿਕ ਸਿੱਖਿਆ ਦੇ ਕਿਹੜੇ ਲਾਭ ਨੇ ਜਾਂ ਕਿਹੜੇ ਮਹੱਤਵ ਨੇ। ਦੇਖੋ ਇਹਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਕੀ ਹੋ ਜਾਂਦੀ ਹੈ ਕਿ ਭਾਸ਼ਾ ਦੇ ਦੋਸ਼ਾਂ ਦਾ ਪਤਾ ਲੱਗ ਜਾਂਦਾ ਹੈ। ਹੁਣ ਅਗਰ ਕੋਈ ਬੱਚਾ ਸਹੀ ਤਰੀਕੇ ਨਾਲ ਭਾਸ਼ਾ ਨਹੀਂ ਬੋਲ ਪਾ ਰਿਹਾ ਤਾਂ ਉਹਦੇ ਕਿਹੜੇ ਦੋਸ਼ ਨੇ, ਠੀਕ ਹੈ, ਕਿਉਂ ਨਹੀਂ ਬੋਲ ਪਾ ਰਿਹਾ, ਕਿੱਥੇ ਉਸਦੀ ਕਮੀ ਹੈ, ਉਹ ਆਪਾਂ ਨੂੰ ਪਤਾ ਲੱਗ ਜਾਂਦਾ ਹੈ। ਔਰ ਪਤਾ ਲੱਗਣ ਤੋਂ ਬਾਅਦ ਆਪਾਂ ਉਸਨੂੰ ਹੱਲ ਵੀ ਕਰਦੇ ਹਾਂ, ਤਾਂ ਇਹ ਸਭ ਤੋਂ ਵੱਡਾ ਲਾਭ ਹੈ ਜੋ ਦੇਖਣ ਨੂੰ ਮਿਲਦਾ ਹੈ। ਹੁਣ ਦੋਸ਼ ਕਈ ਤਰੀਕੇ ਦੇ ਹੋ ਸਕਦੇ ਨੇ। ਕਿਹੜੇ ਦੋਸ਼ ਹੋ ਸਕਦੇ ਨੇ ਅਗਰ ਆਪਾਂ ਦੇਖੀਏ, ਵਿਸ਼ਾ ਵਸਤੂ ਸੰਬੰਧੀ ਦੋਸ਼ ਹੋ ਸਕਦਾ ਕਿ ਬੱਚਾ ਹੋ ਸਕਦਾ ਬਾਕੀ ਐਕਟੀਵਿਟੀਜ਼ ਦੇ ਵਿੱਚ ਅੱਛਾ ਹੈ ਬਟ ਜਦੋਂ ਪਾਠਕ੍ਰਮ ਜਾਂ ਵਿਸ਼ਾ ਵਸਤੂ ਨਾਲ ਸੰਬੰਧਿਤ ਉਸਦੇ ਵਿੱਚ ਆਪਾਂ ਨੂੰ ਦੋਸ਼ ਦੇਖਣ ਨੂੰ ਮਿਲਦੇ ਨੇ। ਐਕਟੀਵਿਟੀ ਸਹੀ ਤਰੀਕੇ ਨਾਲ ਨਹੀਂ ਕਰ ਪਾਉਂਦਾ, ਠੀਕ ਹੈ। ਕਾਰਜ ਸੰਪਾਦਨ ਦੀ ਅਗਰ ਆਪਾਂ ਗੱਲ ਕਰੀਏ ਤਾਂ ਐਕਟੀਵਿਟੀ ਸਹੀ ਤਰੀਕੇ ਨਾਲ ਨਹੀਂ ਕਰ ਪਾਉਂਦਾ। ਸ਼ਬਦਾਂ ਦੀ ਅਸ਼ੁੱਧਤਾ, ਸ਼ਬਦ ਨਹੀਂ ਸਹੀ ਤਰੀਕੇ ਨਾਲ ਜੋੜ ਕੇ ਲਿਖ ਪਾਉਂਦਾ। ਅਗਰ ਸ਼ਬਦ ਹੀ ਨਹੀਂ ਸਹੀ ਤਰੀਕੇ ਨਾਲ ਜੋੜ ਕੇ ਲਿਖ ਪਾ ਰਿਹਾ ਤਾਂ ਕੀ ਉਹ ਵਾਕੰਸ਼ ਜਾਂ ਵਾਕ ਲਿਖ ਪਾਏਗਾ, ਠੀਕ ਹੈ। ਤਾਂ ਬਿਲਕੁਲ ਇਹ ਇੱਕ ਉਚਾਰਨ ਦੋਸ਼ ਹੋ ਜਾਂਦਾ ਕਿ ਪ੍ਰੋਨਾਊਂਸੀਏਸ਼ਨ ਨਹੀਂ ਸਹੀ ਤਰੀਕੇ ਨਾਲ ਕਰ ਪਾ ਰਿਹਾ। ਮਨ ਵਿੱਚ ਬਹੁਤ ਸਾਰੀ ਗਲਤ ਧਾਰਨਾਵਾਂ ਬੈਠੀਆਂ ਹੋਈਆਂ ਨੇ ਕਿ ਮੈਂ ਤਾਂ ਜੀ ਕੁਛ ਕਰ ਨਹੀਂ ਸਕਦਾ, ਕੌਨਫੀਡੈਂਸ ਲੈਵਲ ਕਾਫੀ ਲੋ ਹੁੰਦਾ ਹੈ, ਠੀਕ ਹੈ। ਮਾਨਸਿਕ ਦੋਸ਼ ਹੋ ਜਾਂਦਾ ਹੈ, ਉਹੀ ਈਗੋਸੈਂਟਰਿਕ ਜਾਂ ਮਨ ਦੇ ਵਿੱਚ ਗਲਤ ਧਾਰਨਾਵਾਂ ਦਾ ਹੋਣਾ। ਸਰੀਰਕ ਦੋਸ਼ ਹੋ ਜਾਂਦਾ ਹੈ, ਤੁਲਾਣਾ ਜਾਂ ਹਕਲਾਣਾ। ਤਾਂ ਕਿਸੇ ਵੀ ਤਰੀਕੇ ਦਾ ਜੋ ਦੋਸ਼ ਹੈ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਜਾਂ ਫਿਰ ਆਪਾਂ ਦੇਖ ਸਕਦੇ ਹਾਂ ਕਿ ਹਾਂਜੀ ਇਹਦੇ ਕਰਕੇ ਬੱਚਾ ਸਹੀ ਤਰੀਕੇ ਨਾਲ ਭਾਸ਼ਾ ਨਹੀਂ ਸਿੱਖ ਪਾ ਰਿਹਾ, ਠੀਕ ਹੈ। ਤਾਂ ਇਹਨਾਂ ਦੋਸ਼ਾਂ ਨੂੰ ਆਪਾਂ ਲੱਭਦੇ ਹਾਂ, ਉਹਨਾਂ ਨੂੰ ਹੱਲ ਕਰਦੇ ਹਾਂ ਤਾਂ ਬਹੁਤ ਵੱਡੀ ਆਪਾਂ ਕੀ ਕਹਿ ਸਕਦੇ ਹਾਂ, ਲਾਭ ਕਹਿ ਸਕਦੇ ਹਾਂ ਕਿਹਦਾ, ਉਪਚਾਰਿਕ ਸਿੱਖਿਆ ਦਾ। ਨੈਕਸਟ ਅਗਰ ਆਪਾਂ ਗੱਲ ਕਰੀਏ ਹੋਰ ਕੀ ਲਾਭ ਹੁੰਦਾ ਇਹਦਾ, ਸਰਬਪੱਖੀ ਵਿਕਾਸ ਵਿੱਚ ਸਹਾਇਤਾ ਕਰਨਾ। ਸਰਬਪੱਖੀ ਵਿਕਾਸ ਹੁੰਦਾ, ਠੀਕ ਹੈ ਜੀ, ਉਸ ਦੇ ਵਿੱਚ ਸਹਾਇਤਾ ਹੁੰਦੀ ਹੈ। ਹੁਣ ਫੋਰ ਐਗਜ਼ਾਮਪਲ ਬੱਚਾ ਭਾਸ਼ਾ ਸਿੱਖ ਰਿਹਾ ਹੈ, ਠੀਕ ਹੈ, ਆਪਾਂ ਨੂੰ ਪਤਾ ਲੱਗਿਆ ਕਿ ਹਾਂਜੀ ਆਪਾਂ ਪਹਿਲਾਂ ਉਸਦਾ ਮੁਲਾਂਕਣ ਕੀਤਾ ਤਾਂ ਆਪਾਂ ਨੇ ਦੇਖਿਆ ਕਿ ਹਾਂਜੀ ਇਸਦਾ ਹਰ ਇੱਕ ਪੱਖ ਸਹੀ ਹੈ, ਬਸ ਇਹਦੇ ਵਿੱਚ ਥੋੜ੍ਹਾ ਜਿਹਾ ਆਪਾਂ ਕਹਿ ਸਕਦੇ ਕਿ ਬੋਲਣ ਦੇ ਵਿੱਚ ਬੱਚਾ ਜੋ ਹੈ ਸਹੀ ਤਰੀਕੇ ਨਾਲ ਪ੍ਰੋਨਾਊਂਸ ਨਹੀਂ ਕਰ ਪਾ ਰਿਹਾ, ਠੀਕ ਹੈ। ਤਾਂ ਆਪਾਂ ਨੂੰ ਪਤਾ ਲੱਗਾ ਕਿ ਉਸਦਾ ਵੀ ਬਿਹੇਵੀਅਰ ਵੀ ਸਹੀ ਹੈ, ਉਸਦਾ ਪੜ੍ਹਨ ਬਾਕੀ ਦੇ 3 ਕੌਸ਼ਲ ਵੀ ਅੱਛੇ ਹਨ, ਬਸ ਉਹ ਬੋਲਣ ਦੇ ਵਿੱਚ ਪ੍ਰੋਨਾਊਂਸੀਏਸ਼ਨ ਦੇ ਵਿੱਚ ਥੋੜ੍ਹੀ ਜਿਹੀ ਉਸਦੀ ਗਲਤੀ ਹੈ। ਤਾਂ ਆਪਾਂ ਕੀ ਕਰਦੇ ਹਾਂ, ਨਿਦਾਨਾਤਮਕ ਜਾਂ ਉਪਚਾਰਿਕ ਸਿੱਖਿਆ ਦੀ ਮਦਦ ਨਾਲ ਉਸਦੀ ਜੋ ਕਮੀ ਹੈ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਹੁਤ ਸਾਰੀ ਐਕਟੀਵਿਟੀਜ਼
ਕਰਦੇ ਹਾਂ, ਠੀਕ ਹੈ, ਕਿ ਲਾਈਕ ਵਾਦ ਵਿਵਾਦ ਹੋ ਗਿਆ ਜਾਂ ਕਿਸੇ ਵੀ ਤਰੀਕੇ ਨਾਲ ਉਸਦੀ ਜੋ ਪ੍ਰੋਨਾਊਂਸੀਏਸ਼ਨ ਹੈ, ਉਸਦੀ ਜੋ ਕਮੀਆਂ ਨੇ ਉਸਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਮਤਲਬ ਕੀ ਹੋ ਰਿਹਾ, ਕਿਤੇ ਨਾ ਕਿਤੇ ਉਸਦਾ ਸਰਵਪੱਖੀ ਵਿਕਾਸ ਹੋ ਰਿਹਾ। ਸਰਵਪੱਖੀ ਮਤਲਬ ਹਰ ਇੱਕ ਪੱਖ ਨੂੰ ਧਿਆਨ ਵਿੱਚ ਰੱਖ ਕੇ ਉਸਨੂੰ ਸਿੱਖਿਆ ਪ੍ਰੋਵਾਈਡ ਕੀਤੀ ਜਾ ਰਹੀ ਹੈ, ਠੀਕ ਹੈ। ਔਰ ਉਸ ਤੋਂ ਬਾਅਦ ਆ ਜਾਂਦਾ ਸਿੱਖਿਆ ਨੂੰ ਪ੍ਰਭਾਵਸ਼ਾਲੀ ਬਣਾਉਣਾ। ਬਿਲਕੁਲ ਜਦੋਂ ਸਿੱਖਿਆ ਪ੍ਰਭਾਵਸ਼ਾਲੀ ਬਣਦੀ ਹੈ, ਇਹਦੇ ਨਾਲ ਬਿਲਕੁਲ ਬੇਸਿਕ ਜਿਹੀ ਚੀਜ਼ ਆ ਜਾਂਦੀ ਹੈ ਇਹ, ਠੀਕ ਹੈ ਜੀ। ਤਾਂ ਸਿੱਖਿਆ ਕਿਵੇਂ ਪ੍ਰਭਾਵਸ਼ਾਲੀ ਬਣਦੀ ਹੈ ਕਿ ਬੱਚੇ ਹਰ ਇੱਕ ਪੱਖ ਨੂੰ ਧਿਆਨ ਵਿੱਚ ਰੱਖ ਰਹੇ ਨੇ ਇੱਥੇ। ਔਰ ਸਿੱਖਿਆ ਐਜੂਕੇਸ਼ਨ ਜਦੋਂ ਬੱਚੇ ਨੂੰ ਸਹੀ ਤਰੀਕੇ ਨਾਲ ਪ੍ਰੋਵਾਈਡ ਕੀਤੀ ਜਾ ਰਹੀ ਹੈ, ਠੀਕ ਹੈ, ਧਿਆਨ ਵਿੱਚ ਰੱਖਿਆ ਜਾ ਰਿਹਾ ਕਿ ਹਾਂਜੀ ਇਸ ਬੱਚੇ ਨੂੰ ਇਸ ਗੱਲ ਕਰਕੇ ਇਸ ਕੌਸ਼ਲ ਦੇ ਵਿੱਚ ਪ੍ਰੋਬਲਮ ਹੈ, ਤਾਂ ਬਿਲਕੁਲ ਉਸਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਐਕਟੀਵਿਟੀਜ਼ ਨਾਲ ਵਧੀਆ ਤਰੀਕੇ ਨਾਲ ਸਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਨਿਦਾਨਾਤਮਕ ਸਿੱਖਿਆ ਦੀ ਲੋੜ ਕੀ ਪਏਗੀ। ਹੁਣ ਦੇਖੋ ਨਿਦਾਨਾਤਮਕ ਸਿੱਖਿਆ ਦੀ ਲੋੜ ਕੀ ਹੈ। ਆਪਾਂ ਨੂੰ ਪਤਾ ਹੈ ਕੀ ਲੋੜ ਹੈ ਇਸ ਦੀ, ਕਿ ਬੱਚੇ ਦੀਆਂ ਅਸ਼ੁੱਧੀਆਂ ਨੂੰ ਦੂਰ ਕੀਤਾ ਜਾਵੇ। ਬਿਲਕੁਲ ਸਿੰਪਲ ਜੀ ਗੱਲ ਹੈ ਨਾ, ਕਿ ਨਿਦਾਨਾਤਮਕ ਜਾਂ ਉਪਚਾਰਿਕ ਸਿੱਖਿਆ ਦੀ ਕੀ ਲੋੜ ਹੈ, ਤਾਂ ਕਿ ਬੱਚੇ ਦੀਆਂ ਜਿਹੜੀਆਂ ਅਸ਼ੁੱਧੀਆਂ ਨੇ ਉਸ ਨੂੰ ਦੂਰ ਕੀਤਾ ਜਾਵੇ। ਤਾਂ ਉਹੀ ਆਪਾਂ ਇੱਥੇ ਕਰ ਰਹੇ ਹਾਂ ਕਿ ਬੱਚੇ ਦੀਆਂ ਜਿਹੜੀਆਂ ਅਸ਼ੁੱਧੀਆਂ ਨੇ ਉਸ ਨੂੰ ਦੂਰ ਕਰਨ ਲਈ, ਹੁਣ ਅਸ਼ੁੱਧੀਆਂ ਕਿਵੇਂ ਵੀ ਹੋ ਸਕਦੀਆਂ ਨੇ, ਵਾਚਨ ਦੀਆਂ ਹੋ ਸਕਦੀਆਂ ਨੇ, ਮੀਨ ਟੂ ਸੇ ਬੋਲਣ ਦੀਆਂ ਹੋ ਸਕਦੀਆਂ ਨੇ, ਲਿਖਣ ਦੀਆਂ ਹੋ ਸਕਦੀਆਂ ਨੇ, ਅੱਖਰ ਨਿਰਮਾਣ ਦੀਆਂ ਹੋ ਸਕਦੀਆਂ ਨੇ, ਮਤਲਬ ਸ਼ਬਦਾਂ ਨੂੰ ਸਹੀ ਜੋੜ ਕੇ ਨਹੀਂ ਲਿਖ ਪਾ ਰਿਹਾ ਜਾਂ ਲਿਖਣ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਕਰ ਰਿਹਾ, ਠੀਕ ਹੈ। ਵਿਆਕਰਨ ਸੰਬੰਧੀ ਹੋ ਸਕਦੀਆਂ ਨੇ, ਗ੍ਰਾਮਰ ਦੇ ਪ੍ਰਤੀ, ਜਾਂ ਫਿਰ ਸੁਣਨ ਦੇ ਵਿੱਚ ਹੋ ਸਕਦੀ ਹੈ, ਪੜ੍ਹਨ ਦੇ ਵਿੱਚ, ਕਿਸੇ ਵੀ ਤਰੀਕੇ ਦੀ ਅਸ਼ੁੱਧੀ ਹੋ ਸਕਦੀ ਹੈ। ਨੋਟ ਸਿਰਫ ਪਰਟੀਕੂਲਰ ਇਹਨਾਂ ਚਾਰਾਂ ਦੀ ਗੱਲ ਨਹੀਂ ਕਰ ਰਹੀ, ਕਿਸੇ ਵੀ ਤਰੀਕੇ ਜਿਵੇਂ ਪੜ੍ਹਨ ਦੇ ਵਿੱਚ ਬੱਚਾ ਨਹੀਂ ਸਹੀ ਪੜ੍ਹ ਪਾ ਰਿਹਾ, ਠੀਕ ਹੈ, ਤਾਂ ਕਿਸੇ ਵੀ ਤਰੀਕੇ ਦੀ ਅਸ਼ੁੱਧੀ ਹੋ ਜਾਂਦੀ ਹੈ, ਉਹਨਾਂ ਨੂੰ ਠੀਕ ਕਰਨਾ ਕੀ ਨਿਦਾਨਾਤਮਕ ਸਿੱਖਿਆ ਦੀ ਲੋੜ ਹੈ, ਠੀਕ ਹੈ। ਲੋੜ ਕਿਉਂ ਹੈ, ਤਾਂ ਕਿ ਬੱਚੇ ਦੀ ਹਰ ਇੱਕ ਪ੍ਰਕਾਰ ਦੀ ਅਸ਼ੁੱਧੀ ਨੂੰ ਠੀਕ ਕੀਤਾ ਜਾ ਸਕੇ। ਕਲੀਅਰ। ਨੈਕਸਟ ਅਗਰ ਆਪਾਂ ਗੱਲ ਕਰੀਏ ਨਿਦਾਨ ਦੀਆਂ ਕਿਹੜੀਆਂ ਵਿਧੀਆਂ ਹੁੰਦੀਆਂ ਨੇ। ਹੁਣ ਨਿਦਾਨ ਦੀਆਂ ਵਿਧੀਆਂ ਕਿਹੜੀਆਂ ਹੁੰਦੀਆਂ ਨੇ, ਸਭ ਤੋਂ ਪਹਿਲਾਂ ਤਾਂ ਆਪਾਂ ਕੀ ਕਰਦੇ ਹਾਂ, ਨਿਰੀਖਣ ਕਰਦੇ ਹਾਂ, ਠੀਕ ਹੈ। ਨਿਰੀਖਣ ਕਿਵੇਂ ਕੀਤਾ ਮਤਲਬ ਕਰਦੇ ਹਾਂ, ਨਿਰੀਖਣ ਕਰਨਾ ਬੱਚੇ ਦੇਖ ਰਹੇ ਹਾਂ, ਜਿਵੇਂ ਹੁਣ ਨਿਦਾਨਾਤਮਕ ਸਿੱਖਿਆ, ਆਪਾਂ ਬੱਚੇ ਨੂੰ ਬਹੁਤ ਕੁਝ ਸਿਖਾਇਆ, ਉਸ ਤੋਂ ਬਾਅਦ ਆਪਾਂ ਨਿਰੀਖਣ ਕੀਤਾ, ਠੀਕ ਹੈ, ਕਿ ਬੱਚਾ ਹੁਣ ਥੋੜ੍ਹਾ ਬਹੁਤ ਸਿੱਖਿਆ ਜਾਂ ਨਹੀਂ। ਪ੍ਰੀਖਿਆਵਾਂ ਲਈਆਂ ਉਸਦੀਆਂ, ਇੰਟਰਵਿਊਜ਼ ਲਈ, ਇੰਟਰਵਿਊਜ਼ ਦੇ ਨਾਲ ਉਸਦਾ ਕੌਨਫੀਡੈਂਸ ਲੈਵਲ, ਅਗਰ ਬੱਚੇ ਦਾ ਕੌਨਫੀਡੈਂਸ ਲੈਵਲ ਲੋ ਹੈ ਜਾਂ ਬੋਲਣ ਜਾਂ ਸੁਣਨ ਦੇ ਵੀ ਕੌਸ਼ਲ ਦੇ ਵਿੱਚ ਉਸਨੂੰ ਪ੍ਰੋਬਲਮ ਹੈ, ਤਾਂ ਇੰਟਰਵਿਊਜ਼ ਲਈ ਉਸਨੂੰ ਸਹੀ ਕੀਤਾ ਜਾ ਸਕਦਾ ਹੈ, ਠੀਕ ਹੈ, ਉਸਦੀ ਪ੍ਰੈਕਟਿਸ ਕਰਵਾਈ ਜਾ ਸਕਦੀ ਹੈ। ਪ੍ਰੀਖਿਆਵਾਂ ਰਿਟਨ ਜਾਂ ਆਪਾਂ ਬੋਲ ਸਕਦੇ ਹਾਂ ਔਰਲ ਦੇ ਵਿੱਚ ਹੋ ਸਕਦੀਆਂ ਨੇ। ਕਿਹੜੀਆਂ ਉਸਦੀਆਂ ਰੁਚੀਆਂ ਨੇ, ਐਕਟੀਵਿਟੀ, ਸਾਰਾ ਕੁਛ ਇਹਦੇ ਵਿੱਚ ਆ ਜਾਂਦਾ ਹੈ, ਠੀਕ ਹੈ। ਬਿਲਕੁਲ ਬੇਸਿਕ ਜਿਹੀਆਂ ਗੱਲਾਂ ਨੇ ਇਹ ਤਾਂ, ਕਿ ਕਿਹੜੀਆਂ ਵਿਧੀਆਂ, ਜਿਵੇਂ ਹੁਣ ਸੰਚਿਤ ਅਭਿਲੇਖ ਦਾ ਮਤਲਬ ਹੋ ਗਿਆ ਕਿ ਉਸਦੇ ਜੋ ਰੁਚੀਆਂ ਨੇ, ਅਭਿਵਿਰਤੀਆਂ ਨੇ, ਜਾਂ ਫਿਰ ਕਿਰਿਆ ਦਾ ਜੋ ਵੀ ਗਿਆਨ ਉਸਨੂੰ ਨੌਲੇਜ ਉਸਨੂੰ ਪ੍ਰਾਪਤ ਹੈ, ਠੀਕ ਹੈ। ਇੰਟਰਸਟ ਵੀ ਬਹੁਤ ਇੰਪੋਰਟੈਂਟ ਚੀਜ਼ ਹੈ। ਇੱਦਾਂ ਨਹੀਂ ਹੈ ਕਿ ਆਪਾਂ ਬੱਚੇ ਨੂੰ ਸਿਖਾ ਰਹੇ ਹਾਂ ਤਾਂ ਉਸਦਾ ਇੰਟਰਸਟ ਹੀ ਨਹੀਂ ਹੈ ਤਾਂ ਨਹੀਂ ਸਿੱਖ ਪਾਊਗਾ, ਠੀਕ ਹੈ। ਤਾਂ ਹਰ ਇੱਕ ਚੀਜ਼ ਨੂੰ ਆਪਣੇ ਇੱਥੇ ਧਿਆਨ ਵਿੱਚ ਰੱਖ ਕੇ ਨਾਲ ਲੈ ਕੇ ਚੱਲਣਾ ਹੁੰਦਾ ਹੈ। ਤਾਂ ਉਮੀਦ ਹੈ ਜਿਹੜੀਆਂ ਵਿਧੀਆਂ ਨੇ ਉਹ ਤੁਹਾਨੂੰ ਕਲੀਅਰ ਹੋ ਗਈਆਂ ਹੋਣਗੀਆਂ, ਠੀਕ ਹੈ। ਕਿਵੇਂ ਬੱਚੇ ਦਾ ਨਿਰੀਖਣ ਕਰਨਾ ਹਜ ਗਿਆ, ਪ੍ਰੀਖਿਆ, ਇੰਟਰਵਿਊ ਜਾਂ ਫਿਰ ਉਸਦੀਆਂ ਰੁਚੀਆਂ ਅਤੇ ਗਿਆਨ ਉਸਦਾ ਜੋ ਹੈ, ਠੀਕ ਹੈ, ਹਰ ਇੱਕ ਚੀਜ਼ ਨੂੰ ਧਿਆਨ ਵਿੱਚ ਨਾਲ ਲੈ ਕੇ ਚੱਲਣਾ। ਹੁਣ ਅਗਰ ਆਪਾਂ ਗੱਲ ਕਰੀਏ, ਇੰਟਰਵਿਊ ਬੈਸਟ ਮੈਥਡ ਹੈ ਬੋਲਣ ਅਤੇ ਸੁਣਨ ਦੇ ਲਈ, ਠੀਕ ਹੈ। ਰੁਚੀਆਂ ਕਿਹੜੀਆਂ ਨੇ, ਉਹਨਾਂ ਨੂੰ ਉਸਦੇ ਅਕੋਰਡਿੰਗ ਜੋ ਐਕਟੀਵਿਟੀਜ਼ ਕਰਵਾਈਆਂ ਜਾਣੀਆਂ, ਕਿਰਿਆ ਦੇ ਰਾਹੀਂ ਉਹਨਾਂ ਨੂੰ ਗਿਆਨ ਪ੍ਰਾਪਤ ਹੋ ਵੀ ਰਿਹਾ ਕਿ ਨਹੀਂ, ਉਸਦੇ ਅਕੋਰਡਿੰਗ ਉਹਨਾਂ ਨੂੰ ਸਿੱਖਿਆ ਦੇਣੀ, ਠੀਕ ਹੈ, ਉਹ ਸਭ ਕੁਛ। ਉਪਚਾਰਿਕ ਜਾਂ ਨਿਦਾਨਾਤਮਕ ਸਿੱਖਿਆ ਕਿਹੜੀ ਹੁੰਦੀ ਹੈ। ਹੁਣ ਉਪਚਾਰਿਕ ਜਾਂ ਨਿਦਾਨਾਤਮਕ ਸਿੱਖਿਆ ਦੀ ਅਗਰ ਆਪਾਂ ਗੱਲ ਕਰੀਏ, ਪ੍ਰਕਿਰਿਆ, ਠੀਕ ਹੈ। ਦੇਖੋ ਇੱਦਾਂ, ਹੁਣ ਫੋਰ ਐਗਜ਼ਾਮਪਲ ਆਪਾਂ ਇੱਥੇ ਗੱਲ ਕਰ ਰਹੇ ਹਾਂ ਕਿ ਆਪਾਂ ਨੂੰ ਮੁਲਾਂਕਣ ਕੀਤਾ, ਆਪਾਂ ਨੇ ਮੁਲਾਂਕਣ ਕੀਤਾ ਅਤੇ ਪਤਾ ਲੱਗਾ ਆਪਾਂ ਨੂੰ ਕਿ ਬੱਚੇ ਦੇ ਜੋ ਬੋਲਣ ਦੇ ਕੌਸ਼ਲ ਦੇ ਵਿੱਚ ਥੋੜ੍ਹੀ ਜਿਹੀ ਉਸਦੇ ਵਿੱਚ ਕਮੀ ਹੈ। ਮਤਲਬ ਬੱਚਾ ਸਹੀ ਤਰੀਕੇ ਨਾਲ ਸਾਰੇ ਬਾਕੀ ਦੇ ਕੌਸ਼ਲ ਨੂੰ ਕਵਰ ਕਰ ਰਿਹਾ, ਬਸ ਉਹਦੀ ਪ੍ਰੋਨਾਊਂਸੀਏਸ਼ਨ ਦੇ ਵਿੱਚ ਬਹੁਤ ਸਾਰੇ ਵਰਡ ਜੋ ਹੈ ਉਹ ਸਹੀ ਨਹੀਂ ਬੋਲ ਪਾਉਂਦਾ। ਹੁਣ ਉਸਦਾ ਕਾਰਨ ਕੁਛ ਵੀ ਹੋ ਸਕਦਾ ਹੈ, ਠੀਕ ਹੈ। ਅਤੇ ਬੋਲਣ ਦੇ ਵਿੱਚ ਆਪਾਂ ਪਹਿਲੀ ਗੱਲ ਤਾਂ ਉਸ ਨਾਲ ਇੱਦਾਂ ਨਹੀਂ ਹੈ ਕਿ ਹੁਣ ਅਗਰ ਆਪਾਂ ਨੂੰ ਪਤਾ ਲੱਗਿਆ ਹਾਂਜੀ ਇਸ ਇਹ ਵੀਕ ਪੁਆਇੰਟ ਹੈ ਤਾਂ ਆਪਾਂ ਉਸ ਨਾਲ ਗਲਤ ਬਿਹੇਵ ਕਰਾਂਗੇ ਜਾਂ ਕਹਾਂਗੇ ਜੀ ਇਹ ਤਾਂ ਇੱਦਾਂ ਹੀ ਹੈ ਜਿਸ ਨੂੰ ਸੁਧਾਰ, ਨਹੀਂ, ਇੱਦਾਂ ਨਹੀਂ ਹੋਣਾ। ਆਪਾਂ ਉਹਨੂੰ ਪਹਿਲੀ ਗੱਲ ਤਾਂ ਉਸ ਨਾਲ ਸਹੀ ਵਿਵਹਾਰ ਕਰਨਾ ਚਾਹੀਦਾ, ਉਸਨੂੰ ਸਹਾਨੁਭੂਤੀ ਦੇਣੀ ਚਾਹੀਦੀ ਹੈ। ਇੱਦਾਂ ਨਹੀਂ ਹੈ ਕਿ ਆਪਾਂ ਉਸ ਨਾਲ ਗਲਤ ਬਿਹੇਵੀਅਰ ਕਰੀਏ, ਉਸਦਾ ਕੌਨਫੀਡੈਂਸ ਬਿਲਕੁਲ ਡਾਊਨ ਹੋ ਜਾਵੇ, ਠੀਕ ਹੈ ਜੀ। ਬਿਲਕੁਲ ਸਹਾਨੁਭੂਤੀ ਅਤੇ ਉਤਸ਼ਾਹਪੂਰਵਕ ਜੋ ਵਿਵਹਾਰ ਹੈ ਉਸ ਨਾਲ ਕਰਨਾ ਚਾਹੀਦਾ ਹੈ। ਔਰ ਉਸ ਤੋਂ ਬਾਅਦ ਉਸ ਦਾ ਬਾਰ ਟਾਈਮ ਟੂ ਟਾਈਮ ਅਭਿਆਸ ਕਰਵਾਉਣਾ ਚਾਹੀਦਾ ਹੈ, ਤਾਂ ਕਿ ਹੁਣ ਜਿਵੇਂ ਬੋਲਣ ਦੀ ਅਗਰ ਆਪਾਂ ਗੱਲ ਕਰੀਏ ਕਿ ਲੈਟ ਕੀਤਾ ਸੀ ਆਪਾਂ ਕਿ ਬੋਲਣ ਦੇ ਵਿੱਚ ਬੱਚੇ ਨੂੰ ਕੀ ਹੈ ਪ੍ਰੋਬਲਮ ਹੈ, ਤਾਂ ਉੱਥੇ ਆਪਾਂ ਕੀ ਕਰਾਂਗੇ ਕਿ ਬਾਰ ਉਸ ਦੀਆਂ ਜੋ ਐਕਟੀਵਿਟੀਜ਼ ਨੇ, ਲਾਈਕ ਵਾਦ ਵਿਵਾਦ ਹੋ ਗਿਆ, ਭਾਸ਼ਣ ਹੋ ਗਿਆ, ਠੀਕ ਹੈ, ਜਾਂ ਗੱਲਬਾਤ ਕਰਕੇ, ਪ੍ਰਸ਼ਨ ਉੱਤਰ ਵਿਧੀ ਕਰਕੇ, ਜਾਂ ਕਿਸੇ ਵੀ ਤਰੀਕੇ ਨਾਲ ਪ੍ਰੋਪਰ ਉਸਦਾ ਕੀ ਕੀਤਾ ਜਾਵੇ, ਅਭਿਆਸ ਕਰਵਾਇਆ ਜਾਵੇ, ਠੀਕ ਹੈ। ਅਤੇ ਉਸ ਤੋਂ ਬਾਅਦ ਲਾਸਟ ਦੇ ਵਿੱਚ ਇੱਕ ਵਾਰੀ ਫਿਰ ਉਸਦਾ ਮੁਲਾਂਕਣ ਕੀਤਾ ਜਾਵੇ ਕਿ ਇੰਨੀ ਪ੍ਰੈਕਟਿਸ ਤੋਂ ਬਾਅਦ, ਇੰਨੇ ਆਪਾਂ ਕਹਿ ਸਕੀਏ ਕਿ ਅਭਿਆਸ ਤੋਂ ਬਾਅਦ ਕਿ ਉਸਦੇ ਵਿੱਚ ਕੋਈ ਚੇਂਜ ਆਇਆ ਹੈ ਜਾਂ ਨਹੀਂ, ਉਸਦੇ ਜੋ ਕਮੀ ਸੀ ਉਸਨੂੰ ਦੂਰ ਕੀਤਾ ਗਿਆ ਹੈ ਜਾਂ ਨਹੀਂ, ਠੀਕ ਹੈ। ਕਿ ਦੇਖੋ ਸਟਾਰਟਿੰਗ ਦੇ ਵਿੱਚ ਅਤੇ ਲਾਸਟ ਦੇ ਵਿੱਚ ਮੁਲਾਂਕਣ ਬਹੁਤ ਜ਼ਰੂਰੀ ਹੈ। ਸਟਾਰਟਿੰਗ ਦੇ ਵਿੱਚ ਮੁਲਾਂਕਣ ਤੋਂ ਬਾਅਦ ਹੀ ਆਪਾਂ ਨੂੰ ਪਤਾ ਲੱਗਦਾ ਕਿ ਕਿਹੜੇ ਵੀਕ ਪੁਆਇੰਟਸ ਨੇ, ਔਰ ਲਾਸਟ ਦੇ ਵਿੱਚ ਮੁਲਾਂਕਣ ਤੋਂ ਬਾਅਦ ਹੀ ਪਤਾ ਲੱਗਦਾ ਕਿ ਜਿਹੜੇ ਜੋ ਆਪਾਂ ਨਿਦਾਨਾਤਮਕ ਜੋ ਉਪਚਾਰਿਕ ਸਿੱਖਿਆ ਦਿੱਤੀ ਹੈ ਜਾਂ ਫਿਰ ਜੋ ਵੀਕ ਪੁਆਇੰਟਸ ਨੇ ਕਿ ਉਹਨਾਂ ਨੂੰ ਦੂਰ ਕੀਤਾ ਜਾ ਸਕਿਆ ਹੈ ਜਾਂ ਨਹੀਂ, ਠੀਕ ਹੈ। ਹੁਣ ਜਦੋਂ ਆਪਾਂ ਲਾਸਟ ਦੇ ਉੱਪਰ ਮੁਲਾਂਕਣ ਕਰਦੇ ਹਾਂ ਤਾਂ ਹੁਣ ਇਸ ਦੇ ਦੋ ਰਿਜ਼ਲਟ ਨਿਕਲਣਗੇ, ਜਾਂ ਤਾਂ ਇੰਪਰੂਵਮੈਂਟ ਹੋਏਗੀ ਜਾਂ ਨਹੀਂ ਹੋਏਗੀ। ਅਗਰ ਨਹੀਂ ਹੋਈ ਤਾਂ ਦੁਬਾਰਾ ਉਸਨੂੰ ਐਜੂਕੇਸ਼ਨ ਪ੍ਰੋਵਾਈਡ ਕਰਵਾਓ,
ठीक है। अगर होगी तो बिल्कुल सही गल है, ਤੁਹਾਡਾ मतलब ਸਕਸੈਸਫੁਲ ਰਿਹਾ तो ਉਸਨੂੰ ਅੱਗੇ ਥੋੜ੍ਹਾ ਜਿਹਾ ਲੈ ਕੇ ਜਾਓ। ਅਗਰ ਨਹੀਂ ਹੋਈ ਤਾਂ ਕਿਸੇ ਹੋਰ ਮੈਥਡ ਨੂੰ ਟਰਾਈ ਕਰਨ ਦੀ ਕੋਸ਼ਿਸ਼ ਕਰੋ ਜਿਹਦੇ ਨਾਲ ਉਸਦੀਆਂ ਕਮੀਆਂ ਨੂੰ ਦੂਰ ਕੀਤਾ ਜਾ ਸਕੇ। ਕਲੀਅਰ। ਤਾਂ ਇਹ ਸੀਗੀ ਉਪਚਾਰਿਕ ਜਾਂ ਨਿਦਾਨਾਤਮਕ ਪ੍ਰਕਿਰਿਆ, ਬਿਲਕੁਲ ਇਸ ਤਰੀਕੇ ਨਾਲ ਹੁੰਦੀ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਪ੍ਰੀਖਿਆ ਸੰਬੰਧੀ, ਪੰਜਾਬੀ ਸਿੱਖਿਆ ਸੰਬੰਧੀ ਸਮੱਸਿਆਵਾਂ। ਹੁਣ ਪੰਜਾਬੀ ਸਿੱਖਿਆ ਸੰਬੰਧੀ ਕਿਹੜੀਆਂ ਸਮੱਸਿਆਵਾਂ ਨੇ ਜੋ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਕਿ ਬੱਚੇ ਪੰਜਾਬੀ ਸਿੱਖਿਆ ਨਹੀਂ ਸਿੱਖਦੇ ਚੰਗੇ ਤਰੀਕੇ ਨਾਲ। ਤਾਂ ਬਿਲਕੁਲ ਪਹਿਲੀ ਤਾਂ ਆ ਜਾਂਦੀ ਹੈ ਜੀ ਭਾਸ਼ਾ ਸੰਪੂਰਨ ਉਦੇਸ਼ਾਂ ਦੀ ਪ੍ਰਾਪਤੀ। ਹੁਣ ਦੇਖੋ ਜਿਹੜੇ ਭਾਸ਼ਾ ਦੇ ਉਦੇਸ਼ ਨੇ, ਭਾਸ਼ਾ ਜੋ ਬਣਾਈ ਗਈ ਉਹ ਕੁਛ ਕੁ ਉਦੇਸ਼ਾਂ ਨੂੰ ਧਿਆਨ ਵਿੱਚ, ਭਾਸ਼ਾ ਦੇ ਲਈ ਜੋ ਉਦੇਸ਼ ਹੁੰਦੇ ਨੇ ਉਹਨਾਂ ਨੂੰ ਧਿਆਨ ਵਿੱਚ ਨਹੀਂ ਰੱਖਿਆ ਜਾਂਦਾ। ਠੀਕ ਹੈ। ਉਹ ਉਦੇਸ਼ ਨੇ ਜੋ ਪ੍ਰੋਪਰਲੀ ਪ੍ਰਾਪਤ ਨਹੀਂ ਹੁੰਦੇ, ਉਹਦੇ ਰਾਹ ਦੇ ਵਿੱਚ ਬਹੁਤ ਸਾਰੀ ਰੁਕਾਵਟਾਂ ਆ ਜਾਂਦੀਆਂ ਨੇ। ਅਤੇ ਫਿਰ ਇੱਕ ਤਰੀਕੇ ਨਾਲ ਕਹੀਏ ਕਿ ਆਪਣਾ ਇੰਨਾ ਫੋਕਸ ਨਹੀਂ ਹੁੰਦਾ ਕਿ ਆਪਾਂ ਇਕੱਲੇ ਉਦੇਸ਼ ਨੂੰ ਪ੍ਰਾਪਤ ਕਰੀਏ। ਠੀਕ ਹੈ। ਤਾਂ ਉਹ ਵੀ ਇੱਕ ਰੁਕਾਵਟਾਂ ਦਾ ਹੀ ਆਪਾਂ ਕਹਿ ਸਕਦੇ ਕਿ ਰੁਕਾਵਟਾਂ ਦੇ ਵਿੱਚ ਹੀ ਆਉਂਦਾ ਹੈ। ਠੀਕ ਹੈ। ਤਾਂ ਭਾਸ਼ਾ ਦੇ ਸਾਰੇ ਉਦੇਸ਼ਾਂ ਦੀ ਪ੍ਰਾਪਤੀ ਹੈ ਜੋ ਨਹੀਂ ਕੀਤੀ ਜਾਂਦੀ ਕਿਉਂਕਿ ਰਾਹ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ, ਲਾਈਕ ਕਈ ਵਾਰੀ ਟੀਚਰ ਨਹੀਂ ਅੱਛਾ, ਆਪਾਂ ਕਹਿ ਸਕਦੇ ਕਿ ਟੀਚਰ ਨੂੰ ਪੰਜਾਬੀ ਭਾਸ਼ਾ ਦਾ ਇੰਨਾ ਗਿਆਨ ਨਹੀਂ ਹੁੰਦਾ, ਜਾਂ ਫਿਰ ਕਈ ਵਾਰੀ ਬੱਚੇ ਪੰਜਾਬੀ ਭਾਸ਼ਾ ਨੂੰ ਇੰਨਾ ਇੰਟਰਸਟ ਨਹੀਂ, ਕੁਝ ਕਿਸੇ ਵੀ ਤਰੀਕੇ ਦੀ ਕੋਈ ਵੀ ਜੋ ਰੁਕਾਵਟ ਆ ਹੋ ਸਕਦੀ ਹੈ। ਠੀਕ ਹੈ। ਤਾਂ ਨੈਕਸਟ ਅਗਰ ਆਪਾਂ ਗੱਲ ਕਰੀਏ ਪੰਜਾਬੀ ਪੀਰੀਅਡ ਲਈ ਸਮੇਂ ਦੀ ਘਾਟ, ਤਾਂ ਬਿਲਕੁਲ ਪੰਜਾਬੀ ਪੀਰੀਅਡ ਲਈ ਕੀ ਹੁੰਦੀ ਹੈ, ਸਮੇਂ ਦੀ ਘਾਟ ਹੁੰਦੀ ਹੈ ਕਿਉਂਕਿ ਮੋਸਟਲੀ ਕੀ ਹੁੰਦਾ ਅੱਜ ਦੇ ਟਾਈਮ ਦੇ ਵਿੱਚ ਫੋਕਸ ਕੀਤਾ ਜਾ ਰਿਹਾ ਸਾਇੰਸ ਵੱਲ, SST ਵੱਲ, ਇੰਗਲਿਸ਼ ਵੱਲ, ਹੈ ਨਾ। ਅਤੇ ਉੱਥੇ ਜੋ ਆਪਣੀ ਮਾਤਰ ਭਾਸ਼ਾ ਹੈ ਉਹ ਕੀ ਹੋ ਰਹੀ ਹੈ, ਠੀਕ ਹੈ ਜੀ, ਮਾਤ ਭਾਸ਼ਾ ਅਗਰ ਆਪਾਂ ਗੱਲ ਕਰੀਏ ਉਹ ਕੀ ਹੋ ਰਹੀ ਹੈ, ਕਿਤੇ ਨਾ ਕਿਤੇ ਘੱਟ ਉਸਦੀ ਜੋ ਇੰਪੋਰਟੈਂਸ ਉਹ ਘੱਟਦੀ ਜਾ ਰਹੀ ਹੈ। ਠੀਕ ਹੈ। ਜਿਹਦੇ ਕਰਕੇ ਮੋਸਟਲੀ ਇਹ ਡਾਇਲੋਗ ਆਪਾਂ ਨੂੰ ਵੀ ਸੁਣਨ ਨੂੰ ਮਿਲਦਾ ਕਿ ਪੰਜਾਬੀ ਹੀ ਹੈ, ਹੋ ਹੀ ਜਾਏਗੀ। ਠੀਕ ਹੈ। ਤਾਂ ਇੱਦਾਂ ਨਹੀਂ ਹੁੰਦਾ, ਆਪਾਂ ਨੂੰ ਪ੍ਰੋਪਰ ਜੋ ਟਾਈਮ ਆਪਾਂ ਬਾਕੀ ਸਬਜੈਕਟ ਨੂੰ ਦੇ ਰਹੇ ਹਾਂ ਉਹੀ ਆਪਾਂ ਨੂੰ ਪ੍ਰੋਪਰ ਆਪਣੀ ਮਾਤਰ ਭਾਸ਼ਾ ਵੱਲ ਵੀ ਦੇਣਾ ਚਾਹੀਦਾ ਹੈ। ਠੀਕ ਹੈ। ਤਾਂ ਪੀਰੀਅਡ ਸਮਾਂ ਬਿਲਕੁਲ ਸਹੀ ਹੋਣਾ ਚਾਹੀਦਾ ਹੈ ਅਤੇ ਘੱਟ ਸਮੇਂ ਦੇ ਵਿੱਚ ਆਪਾਂ ਅੱਛੇ ਤਰੀਕੇ ਨਾਲ ਸ਼ਾਇਦ ਭਾਸ਼ਾ ਹੈ ਜੋ ਨਾ ਵੀ ਸਿੱਖੀ ਜਾ ਸਕੇ। ਨੈਕਸਟ ਅਗਰ ਆਪਾਂ ਗੱਲ ਕਰੀਏ ਅਧਿਆਪਕ ਅਤੇ ਬੱਚਿਆਂ ਵੱਲੋਂ ਜ਼ਿੰਮੇਵਾਰੀ ਦੀ ਘਾਟ। ਹੁਣ ਅਧਿਆਪਕ ਅਤੇ ਬੱਚੇ ਦੋਨੋਂ ਹੀ ਇਸ ਜਿਵੇਂ ਕਿ ਮੈਂ ਹੁਣ ਤੁਹਾਨੂੰ ਦੱਸਿਆ ਕਿ ਮੋਸਟਲੀ ਇਹ ਹੁੰਦਾ ਕਿ ਹਾਂਜੀ ਪੰਜਾਬੀ ਹੈ ਤਾਂ ਹੋ ਹੀ ਜਾਏਗੀ, ਜਿਹਦੇ ਵਿੱਚ ਅਧਿਆਪਕ ਅਤੇ ਬੱਚੇ ਦੋਨੋਂ ਹੀ ਇਹ ਸੋਚਦੇ ਹਨ ਕਿ ਪੰਜਾਬੀ ਭਾਸ਼ਾ ਇੰਪੋਰਟੈਂਟ ਨਹੀਂ ਹੈ, ਜਿਹਦੇ ਕਰਕੇ ਉਹ ਆਪਣੀ ਜ਼ਿੰਮੇਵਾਰੀ ਇਸ ਭਾਸ਼ਾ ਦੇ ਪ੍ਰਤੀ ਨਹੀਂ ਸਮਝਦੇ। ਠੀਕ ਹੈ। ਜਿਹਦੇ ਕਰਕੇ ਕੀ ਹੁੰਦਾ ਹੈ, ਪੰਜਾਬੀ ਭਾਸ਼ਾ ਸਿੱਖਣ ਦੇ ਵਿੱਚ ਬਹੁਤ ਸਾਰੀਆਂ ਜੋ ਨੇ ਸਮੱਸਿਆਵਾਂ ਆਉਂਦੀਆਂ ਨੇ। ਮੁਲਾਂਕਣ ਦੀ ਮਹੱਤਤਾ ਦੀ ਕਮੀ, ਬਿਲਕੁਲ। ਹੁਣ ਅਗਰ ਆਪਾਂ ਇੰਨਾ ਕੁਛ ਦੇਖ ਰਹੇ ਹਾਂ ਅੱਜ ਦੇ ਸਮੇਂ ਦੇ ਵਿੱਚ ਕੀ ਆ ਮਹੱਤਤਾ ਜੋ ਪੰਜਾਬੀ ਭਾਸ਼ਾ ਦੀ ਉਹ ਘੱਟਦੀ ਜਾ ਰਹੀ ਹੈ। ਠੀਕ ਹੈ ਜੀ। ਉਪਚਾਰਿਕ ਅਧਿਐਨ ਦੀ ਕਮੀ, ਉਪਚਾਰਿਕ ਅਧਿਐਨ ਦੀ ਕਮੀ ਦਾ ਮਤਲਬ ਕੀ ਹੋ ਗਿਆ। ਹੁਣ ਉਪਚਾਰਿਕ ਦਾ ਮਤਲਬ ਆਪਾਂ ਨੂੰ ਪਤਾ ਕੀ ਹੁੰਦਾ, ਆਪਾਂ ਬਹੁਤ ਕੁਛ ਇਹਦੇ ਬਾਰੇ ਹੁਣ ਕਿੰਨਾ ਬੜਾ ਆਪਾਂ ਕਹੀਏ ਕਿ ਪੂਰਾ ਲੈਕਚਰ ਆਪਾਂ ਇਸ ਦੇ ਉੱਪਰ ਲਗਾਇਆ ਕਿ ਉਪਚਾਰਿਕ ਕੀ ਹੁੰਦਾ ਕਿ ਕਿਸੇ ਵੀਕ ਪੁਆਇੰਟ ਨੂੰ ਲੱਭ ਕੇ ਉਸਨੂੰ ਉਸਦੀ ਕਮੀ ਨੂੰ ਦੂਰ ਕਰਨਾ। ਠੀਕ ਹੈ। ਕਿ ਕਿਸੇ ਵੀ ਕੌਸ਼ਲ ਦੇ ਵਿੱਚ ਅਗਰ ਕੋਈ ਕਮੀ ਹੈ ਤਾਂ ਉਸਨੂੰ ਦੂਰ ਕਰਨਾ, ਬਟ ਇਸ ਦੇ ਵਿੱਚ ਉਪਚਾਰਿਕ ਅਧਿਐਨ ਨਹੀਂ ਕੀਤਾ ਜਾਂਦਾ। ਨਹੀਂ ਕੀਤਾ ਜਾਂਦਾ ਦਾ ਮਤਲਬ ਕੀ ਹੈ ਕਿ ਅਗਰ ਕਿਸੇ ਟੀਚਰ ਨੂੰ ਪਤਾ ਵੀ ਹੈ ਕਿ ਹਾਂਜੀ ਜੋ ਸਟੂਡੈਂਟ ਹੈ ਉਹ ਸਪੈਲਿੰਗ ਦੇ ਵਿੱਚ ਮਿਸਟੇਕ ਕਰ ਰਿਹਾ ਹੈ ਜਾਂ ਬੋਲਣ ਦੇ ਵਿੱਚ, ਤਾਂ ਉਸ ਵੱਲ ਜੋ ਸਪੈਸ਼ਲ ਐਜੂਕੇਸ਼ਨ ਹੈ ਉਸਨੂੰ ਨਹੀਂ ਪ੍ਰੋਵਾਈਡ ਕਰਵਾਈ ਜਾਂਦੀ। ਕਿਉਂ ਨਹੀਂ ਕਰਵਾਈ ਜਾਂਦੀ? ਕਿਉਂਕਿ ਇਹ ਸੋਚ ਲਿਆ ਜਾਂਦਾ ਹੈ ਕਿ ਹਾਂਜੀ ਈਜ਼ੀ ਹੈ ਜਾਂ ਹੋ ਜਾਏਗਾ ਜਾਂ ਕਿਸੇ ਵੀ ਤਰੀਕੇ ਨਾਲ, ਮਤਲਬ ਉਸਦੀ ਜੋ ਕਮੀਆਂ ਨੇ ਉਸਨੂੰ ਦੂਰ ਨਹੀਂ ਕੀਤਾ ਜਾਂਦਾ। ਠੀਕ ਹੈ। ਜਿਸ ਨੂੰ ਆਪਾਂ ਬੋਲਦੇ ਹਾਂ ਉਪਚਾਰਿਕ ਅਧਿਐਨ ਦੀ ਕਮੀ। ਅੱਗੇ ਆ ਜਾਂਦੀ ਹੈ ਭਾਸ਼ਾ ਪ੍ਰਯੋਗਸ਼ਾਲਾ ਦੀ ਕਮੀ। ਬਹੁਤ ਸਾਰੇ ਸਕੂਲਾਂ ਦੇ ਵਿੱਚ ਤਾਂ ਭਾਸ਼ਾ ਪ੍ਰਯੋਗਸ਼ਾਲਾ ਜੋ ਹੈ ਦੇਖਣ ਨੂੰ ਹੀ ਨਹੀਂ ਮਿਲਦੀ, ਅਗਰ ਕਿਤੇ ਹੈ ਤਾਂ ਉਸਦਾ ਪ੍ਰਯੋਗ ਜੋ ਹੈ ਉਹ ਨਹੀਂ ਕੀਤਾ ਜਾਂਦਾ। ਠੀਕ ਹੈ। ਤਾਂ ਬਹੁਤ ਸਾਰੀ ਕਮੀ ਆਪਾਂ ਇੱਥੇ ਕਹਿ ਸਕਦੇ ਹਾਂ ਕਿ ਭਾਸ਼ਾ ਪ੍ਰਯੋਗਸ਼ਾਲਾ ਤੋਂ ਕਾਫੀ ਕੁਛ ਬੱਚੇ ਸਿੱਖਦੇ ਨੇ। ਬਹੁਤ ਸਾਰੇ ਅਗਰ ਟੀਚਿੰਗ ਏਡਸ ਹੋਣਗੇ ਤਾਂ ਉਹਨਾਂ ਨਾਲ ਜ਼ਿਆਦਾ ਵਧੀਆ ਤਰੀਕੇ ਨਾਲ ਸਿੱਖਿਆ ਜਾ ਸਕਦਾ ਅਤੇ ਇਹਨਾਂ ਦੀ ਕਮੀ ਹੋਣ ਕਰਕੇ ਭਾਸ਼ਾ ਸਿੱਖਣ ਸੰਬੰਧੀ ਵੀ ਕੀ ਹੁੰਦੀਆਂ ਨੇ, ਸਮੱਸਿਆਵਾਂ ਹੁੰਦੀਆਂ ਨੇ। ਸੱਭਿਆਚਾਰਕ ਪ੍ਰੋਗਰਾਮਾਂ ਦੀ ਕੀ ਹੁੰਦੀ ਹੈ, ਘਾਟ ਹੁੰਦੀ ਹੈ। ਹੁਣ ਸੱਭਿਆਚਾਰ ਆਪਣਾ ਕਿਹਦੇ ਨਾਲ ਰਿਲੇਟਡ ਹੁੰਦਾ, ਭਾਸ਼ਾ ਨਾਲ ਰਿਲੇਟਡ ਹੁੰਦਾ। ਠੀਕ ਹੈ। ਬੱਚੇ ਅੱਜ ਕੱਲ੍ਹ ਕੀ ਹੋ ਰਹੇ ਨੇ, ਸੱਭਿਆਚਾਰਕ ਤੋਂ ਕਾਫੀ ਸੱਭਿਆਚਾਰ ਨਾਲ ਇੰਨੇ ਜ਼ਿਆਦਾ ਨਹੀਂ ਜੁੜੇ ਹੋਏ, ਇਹ ਆਪਾਂ ਨੂੰ ਸਭ ਨੂੰ ਪਤਾ ਹੈ। ਠੀਕ ਹੈ। ਅਗਰ ਸੱਭਿਆਚਾਰ ਪ੍ਰੋਗਰਾਮਾਂ ਦੀ ਵੀ ਕਿਤੇ ਨਾ ਕਿਤੇ ਆਪਾਂ ਨੂੰ ਘਾਟ ਹੋ ਰਹੀ ਹੈ। ਅਗਰ ਸੱਭਿਆਚਾਰ ਪ੍ਰੋਗਰਾਮ ਘੱਟ ਹੋਣਗੇ ਤਾਂ ਬੱਚਿਆਂ ਨੂੰ ਆਪਣੇ ਕਲਚਰ ਬਾਰੇ ਜਾਂ ਆਪਣੀ ਭਾਸ਼ਾ ਬਾਰੇ ਉਹ ਨੌਲੇਜ ਨਹੀਂ ਮਿਲੇਗੀ ਜੋ ਉਹਨਾਂ ਨੂੰ ਹੋਣੀ ਚਾਹੀਦੀ ਹੈ। ਠੀਕ ਹੈ। ਕਿਉਂ ਅੱਜ ਕੱਲ੍ਹ ਅਗਰ ਆਪਾਂ ਦੇਖੀਏ ਸੱਭਿਆਚਾਰ ਨਾਲ ਵੈਸੇ ਵੀ ਬੱਚੇ ਨਹੀਂ ਜੁੜ ਪਾ ਰਹੇ, ਅਗਰ ਪ੍ਰੋਗਰਾਮ ਵੀ ਨਹੀਂ ਹੋਣਗੇ ਤਾਂ ਬੱਚਿਆਂ ਦੀ ਜੋ ਭਾਸ਼ਾ ਨਾਲ ਰਿਲੇਟਡ ਜੋ ਕਨੈਕਸ਼ਨ ਹੈ ਉਹ ਨਹੀਂ ਹੋ ਪਾਏਗਾ ਅਤੇ ਜਿਹਦੇ ਕਰਕੇ ਉਹ ਇੰਨਾ ਇੰਟਰਸਟ ਵੀ ਨਹੀਂ ਲੈਣਗੇ। ਠੀਕ ਹੈ। ਲਾਇਬ੍ਰੇਰੀ ਦੀ ਅਣਦੇਖੀ ਕੀਤੀ ਜਾਂਦੀ ਤਾਂ ਲਾਇਬ੍ਰੇਰੀ ਤਾਂ ਇੱਕ ਬਹੁਤ ਇੰਪੋਰਟੈਂਟ ਪਾਰਟ ਹੁੰਦਾ ਹਰ ਇੱਕ, ਅਗਰ ਆਪਾਂ ਗੱਲ ਕਰੀਏ, ਬਟ ਅੱਜ ਦੇ ਟਾਈਮ ਦੇ ਵਿੱਚ ਲਾਇਬ੍ਰੇਰੀ ਦੀ ਇੰਪੋਰਟੈਂਸ ਬਹੁਤ ਜ਼ਿਆਦਾ ਘੱਟ ਚੁੱਕੀ ਹੈ। ਇਹਦਾ ਰੀਜ਼ਨ ਆਪਾਂ ਟੈਕਨੋਲੋਜੀ ਵੀ ਬੋਲ ਸਕਦੇ ਹਾਂ, ਲਾਈਕ ਜਿਵੇਂ ਅੱਜ ਮੋਬਾਈਲਸ ਯੂਜ਼ ਹੋ ਰਹੇ ਨੇ ਜਾਂ ਕਿਸੇ ਵੀ ਤਰੀਕੇ ਨਾਲ ਕੋਈ ਵੀ ਕਾਰਨ ਤੁਸੀਂ ਲੈ ਸਕਦੇ ਹੋ। ਠੀਕ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਭਾਸ਼ਾ ਅਧਿਐਨ ਦੀਆਂ ਸਮੱਸਿਆਵਾਂ। ਭਾਸ਼ਾ ਅਧਿਐਨ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਨੇ, ਭਾਸ਼ਾ ਨੂੰ ਸਹੀ ਤਰੀਕੇ ਨਾਲ ਨਹੀਂ ਟੀਚ ਕੀਤਾ ਜਾਂਦਾ। ਭਾਸ਼ਾ ਸਿੱਖਿਆ ਸੰਬੰਧੀ ਬਿਲਕੁਲ ਭਾਸ਼ਾ ਨੂੰ ਸਹੀ ਤਰੀਕੇ ਨਾਲ ਨਹੀਂ ਟੀਚ ਕੀਤਾ ਜਾਂਦਾ। ਜੇਕਰ ਆਪਾਂ ਗੱਲ ਕਰੀਏ ਭਾਸ਼ਾ ਪ੍ਰੀਖਿਆ ਸੰਬੰਧੀ ਭਾਸ਼ਾ ਪ੍ਰੀਖਿਆ ਸੰਬੰਧੀ ਸਮੱਸਿਆਵਾਂ ਹੁੰਦੀਆਂ ਨੇ ਕਿ ਹੁਣ ਅਗਰ ਆਪਾਂ ਗੱਲ ਕਰੀਏ ਪ੍ਰੀਖਿਆਵਾਂ ਦੀ, ਹੁਣ ਪ੍ਰੀਖਿਆ ਦੇ ਵਿੱਚ ਕੀ ਹੁੰਦਾ, ਆਪਾਂ ਮੋਸਟਲੀ ਨੋਟਿਸ ਕਰਦੇ ਹਾਂ ਕਿ ਆਪਣੀ ਜੋ ਫੋਕਸ ਹੈ ਉਹ ਸਿਰਫ ਰਿਟਨ ਦੇ ਉੱਪਰ ਰਹਿ ਗਿਆ। ਠੀਕ ਹੈ। ਪ੍ਰੀਖਿਆਵਾਂ ਦੇ ਵਿੱਚ ਫੋਕਸ ਸਿਰਫ ਰਿਟਨ ਦੇ ਉੱਪਰ ਰਹਿ ਗਿਆ। ਜੋ ਬਾਕੀ ਦੇ 3 ਕੁਐਸਚਨ ਨੇ ਜਿਵੇਂ ਬੋਲਣਾ, ਸੁਣਨਾ ਔਰ ਅਗਰ ਆਪਾਂ ਗੱਲ ਕਰੀਏ ਪੜ੍ਹਨਾ।
ठीक है। तो इन्होंने तिना क्वेश्चनों उपर इन्ना ध्यान नहीं दिता जाता, मतलब जो प्रीखिया एक क्वेश्चन के उपर पूरी की पूरी बेस्ड होकर रह गई है, जो कि सही नहीं है। मतलब प्रीखिया सही तरीके नाल नहीं लाई जा रही, ठीक है। हुण सिर्फ लिखना ही सारा कुछ नहीं होंदा, बच्चे सही बोल पा रहे ने जां नहीं, प्रोनाउंसिएशन सही है या नहीं, इन्हां चीज़ां वल इन्ना ध्यान नहीं दिता जाता, ठीक है। जिहदे करके जो प्रीखिया है वो सही नहीं हो पा रही। पाठक्रम ਦੇ ਵਿੱਚ ਵੀ ਇਹੀ ਚੀਜ਼ ਆਪਾਂ ਦੇਖ ਪਾ ਰਹੇ ਹਾਂ ਕਿ ਮਾਨਸਿਕ ਪੱਧਰ ਦੇ ਅਕੋਰਡਿੰਗ ਨਹੀਂ ਹੁੰਦੀ। ਮਾਨਸਿਕ ਪੱਧਰ ਤੋਂ ਕਈ ਵਾਰੀ ਆਪਾਂ ਦੇਖਦੇ ਹਾਂ ਬਹੁਤ ਸਾਰੇ ਸਕੂਲਾਂ ਦੇ ਵਿੱਚ ਪੰਜਾਬੀ ਉੱਪਰ ਇੰਨਾ ਫੋਕਸ ਦਿੱਤਾ ਜਾਂਦਾ ਹੈ ਕਿ ਛੋਟੇ ਬੱਚੇ ਕਾਫੀ ਮਤਲਬ ਆਪਾਂ ਕਹਿ ਰਹੇ ਕਿ ਗ੍ਰਾਮਰ ਉਹਨਾਂ ਨੂੰ ਸਿਖਾਈ ਜਾ ਰਹੀ ਹੈ, ਜਦ ਕਿ ਪ੍ਰਾਇਮਰੀ ਲੈਵਲ ਦੇ ਵਿੱਚ ਗ੍ਰਾਮਰ ਨਹੀਂ ਹੋਣੀ ਚਾਹੀਦੀ, ਠੀਕ ਹੈ। ਬਹੁਤ ਸਾਰੇ ਸਕੂਲਾਂ ਦੇ ਵਿੱਚ ਆਪਾਂ ਦੇਖ ਪਾ ਰਹੇ ਕਿ ਹਾਇਰ ਕਲਾਸਿਸ ਦੇ ਵਿੱਚ ਵੀ ਜੋ ਲੈਵਲ ਆ ਉਹ ਪੰਜਾਬੀ ਦਾ ਲੋ ਹੀ ਰੱਖਿਆ ਜਾਂਦਾ, ਜਿਹਦੇ ਕਰਕੇ ਬੱਚੇ ਕੁਛ ਸਿੱਖ ਨਹੀਂ ਪਾ ਰਹੇ। ਤਾਂ ਮਾਨਸਿਕ ਪੱਧਰ ਦੇ ਅਕੋਰਡਿੰਗ ਬੱਚਿਆਂ ਨੂੰ ਭਾਸ਼ਾ ਸਿਖਾਉਣੀ ਚਾਹੀਦੀ ਹੈ, ਨਾ ਕਿ मतलब ਪ੍ਰੋਪਰਲੀ ਇੱਕ ਔਰਗਨਾਈਜੇਸ਼ਨ ਹੋਣਾ ਚਾਹੀਦਾ ਕਿ ਕਿੱਥੇ ਉਹਨਾਂ ਨੇ ਬੋਲਣਾ ਹੈ, ਕਿੱਥੇ ਨਹੀਂ, ਕਿੱਥੇ ਪੜ੍ਹਨਾ ਹੈ, ਕਿੱਥੇ ਸੁਣਨਾ ਕੌਸ਼ਲ ਯੂਜ਼ ਕਰਨਾ ਹੈ, ਹਰ ਇੱਕ ਚੀਜ਼। ਤਾਂ ਬਿਲਕੁਲ ਪਾਠਕ੍ਰਮ ਦੀਆਂ ਵਿੱਚ ਵੀ ਬਹੁਤ ਸਾਰੀਆਂ ਸਮੱਸਿਆਵਾਂ ਨੇ ਅਗਰ ਆਪਾਂ ਕਹੀਏ, ਔਰ ਭਾਸ਼ਾ ਪ੍ਰੀਖਿਆ ਦੇ ਵਿੱਚ ਤਾਂ ਨਹੀਂ। ਤਾਂ ਬਿਲਕੁਲ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਇੰਪੋਰਟੈਂਟ ਨੇ, ਠੀਕ ਹੈ, ਜਿਹਦੇ ਕਰਕੇ ਆਪਣੀ ਜੋ ਪੰਜਾਬੀ ਭਾਸ਼ਾ ਹੈ ਉਹ ਸਹੀ ਤਰੀਕੇ ਨਾਲ ਕਿਤੇ ਨਾ ਕਿਤੇ ਨਹੀਂ ਵਿਕਾਸ ਕਰ ਪਾ ਰਹੀ। ਹੁਣ ਇਹਨਾਂ ਸਮੱਸਿਆਵਾਂ ਨੂੰ ਆਪਾਂ ਦੂਰ ਕਿਵੇਂ ਕਰ ਸਕਦੇ ਹਾਂ, ਸਮੱਸਿਆਵਾਂ ਦਾ ਹੱਲ ਕੀ ਹੈ, ठीक है, की सोल्यूशन ने इसके। तो देखते हैं सब तो पहले तो आ जाता जी पंजाबी भाषा नूं बनदा मान सत्कार दिता जाए। हुण जेकर सही तरीके नाल इसकी इंपोर्टेंस सब समझी जाएगी बच्चों वालों भी और अध्यापकों वालों भी, तो बिल्कुल इस दे विच सीखण दे विच जो भी प्रॉब्लम्स आ रही ने काफ़ी हद तक दूर हो जाएगी। तो बिल्कुल इसनूं बनदा मान सत्कार दिता जाना चाहिए है। उद्देशां ते आधारित सिक्ख्या होनी चाहिए है, मतलब जेकर तुसीं उद्देश भाषा दे पहली गल तो भाषा सिखाउण दे ते सीखण दे उद्देश होने चाहिए ने, और दूसरी गल उन्होंने उद्देशों को पूरा भी करना चाहिए है, ठीक है। उन्होंने उपर पूरा अपना फोकस होना चाहिए है, अपने उद्देश बना के उस पूरा फोकस करके उन्होंने कंप्लीटली आप कहिए कि कंप्लीट करना चाहिए है, तां ही उसका सही तरीके नाल आप कह सकते हैं कि सिक्ख्या प्रोवाइड की जा सकती है भाषा की। इस तो इलावा अगर आप गल करिए नवीं विधियां की वरतों करनी चाहिए है, ठीक है। जेकर अपन लगता है कि हाँ जी इस मैथड नाल सही तरीके नाल लर्निंग नहीं हो रही, बच्चा भाषा नहीं सीख पा रहा, तो नवीं विधि लेके आओ कोई, या दूसरा मैथड यूज़ करो, ठीक है। तो इस तरीके नाल जिवें हुण टीचिंग एड्स यूज़ करो भाषा सीखण दे विच, होर बहुत सारे मैथड्स होंदे आ, नवीं विधियां की वरतों करनी चाहिए है, लाइब्रेरी की वरतों करनी चाहिए है, अध्यापक की विशेष चोण होनी चाहिए है। अध्यापक बहुत ज़रूरी पार्ट हो जाता है, ठीक है। क्यों? क्योंकि अगर अध्यापक नूं सारे दे सारे जो स्टूडेंट ने फॉलो करते हैं, अगर अध्यापक की खुद की प्रोनाउंसिएशन गलत है, या खुद पढ़ नहीं सही तरीके नाल पंजाबी भाषा बारे इन्ना ज्ञान नहीं है, जो किसी होर स्टेट तो है जिहदे करके पंजाबी भाषा उसनूं नहीं आती, तो उत्थे वो पंजाबी टीच नहीं कर पाएगा। अगर करेगा तो बहुत ज़्यादा बिगाड़ जो है वो भाषा दे विच आपां नूं देखण नूं मिलूगा। तो अध्यापक की विशेष चोण होनी चाहिए है, ठीक है जी। अगर अध्यापक खुद नॉलेज है उसनूं पंजाबी भाषा की, तां ही वो बच्चों को प्रोवाइड करवा पाएगा। इस तो इलावा अगर आप गल करिए नैक्सट पॉइंट, सैमीनार लगाने चाहिए ने, बिल्कुल वर्कशॉप लगानी चाहिए ने। सिक्ख्या सहायक समग्री मतलब टीचिंग एड्स की वरतों करनी चाहिए, जिवें लिंगोफोन, ग्रामोफोन, LCD, ठीक है, प्रेजेंटेशन, इन्हां सारियां चीज़ों की वरतों नाल की होनी चाहिए है, भाषा सिखानी चाहिए है। ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰ ਹੋਣਾ ਚਾਹੀਦਾ ਹੈ, ਚਾਰੋਂ ਕੌਸ਼ਲ ਦੇ ਉੱਪਰ ਪੂਰਾ ਦਾ ਪੂਰਾ ਫੋਕਸ ਹੋਣਾ ਚਾਹੀਦਾ ਹੈ, ਠੀਕ ਹੈ। ਪਾਠਕ੍ਰਮ ਵਿੱਚ ਸੁਧਾਰ ਹੋਣਾ ਚਾਹੀਦਾ, ਬਿਲਕੁਲ ਮੈਂਟਲ ਲੈਵਲ ਦੇ ਅਕੋਰਡਿੰਗ ਹੋਣਾ ਚਾਹੀਦਾ ਹੈ। ਤੇ ਇਹ ਕੁਝ ਚੀਜ਼ਾਂ ਸੀ ਜੋ ਆਪਾਂ ਅੱਜ ਦੇਖੀਆਂ, ਤੇ ਅੱਜ ਆਪਣਾ ਇਹ ਜੋ ਟੌਪਿਕ ਹੈ 6th ਹੈ, ਪਤਾ ਨਹੀਂ 7th ਟੌਪਿਕ ਹੈ, ਜਿੰਨਾ ਵੀ ਹੈ ਉਹ ਕੰਪਲੀਟ ਹੋ ਗਿਆ। ਨੈਕਸਟ ਟੌਪਿਕ ਕਰਾਂਗੇ ਆਪਾਂ ਕੰਟੀਨਿਊ ਨੈਕਸਟ ਵੀਡੀਓ ਦੇ ਵਿੱਚ, ਠੀਕ ਹੈ ਜੀ। ਦੇਖਦੇ ਹਾਂ ਕਿਹੜਾ ਮੇਰੀ ਵੀ ਸਾਹਿਤ ਰਹੇਗਾ। ਸਾਹਿਤ ਟੌਪਿਕ ਆਪਾਂ ਸ਼ੁਰੂ ਕਰਾਂਗੇ, ਬਹੁਤ ਇੰਪੋਰਟੈਂਟ ਟੌਪਿਕ ਹੈ ਔਰ ਲੰਬਾ ਵੀ ਹੈ ਥੋੜ੍ਹਾ ਜਿਹਾ, शुरू करांगे इसमें, ठीक है। तो बिल्कुल जेकर तुसी PDFs लेना चाहते हो तो बिल्कुल लिंक जो है डिस्क्रिप्शन के मिल जूगा, तो तुसी उत्थे जाके सबसक्राइब कर सकते हो टैलीग्राम चैनल में, उत्थे तुहानू जो नोट्स ने वो प्रोवाइड हो जाएंगे, ठीक है जी। तो बिल्कुल चलो अज लिए इन्ना ही करते हैं, नैक्सट वीडियो के मिलते हैं नवे टॉपिक के नाल। जे वीडियो पसंद आए तो लाइक जरूर करो, शेयर जरूर करो, सबसक्राइब जरूर करो। जो पहली बार आए हो इस चैनल के उपर तो सबसक्राइब तो शेयर जरूर करो, ताकि जो भी PS टेट की तैयारी कर रहे हैं बट उन्होंने कितना ना कितना मटीरियल नहीं मिल पा रहा, तो बहुत ज़्यादा हैल्पफुल होने वाला है तुहाडे लिए पूरा का पूरा चैनल, ठीक है जी। तो चलो अज बस इन्ना ही करते हैं, नैक्सट वीडियो के मिलते हैं। थैंक यू।